ओशो ਦਾ ਪ੍ਰਵਚਨ ਹੈ ਮੌਨ ਦਾ ਦੁਆਰ। ਪਰਮਾਤਮਾ ਦੇ ਸੰਬੰਧ 'ਚ ਜਿੰਨੇ ਅਸੱਚ ਕਹੇ ਗਏ ਤੇ ਘੜੇ ਗਏ ਹਨ, ਉਹਨੇ ਹੋਰ ਕਿਸੇ ਦੇ ਸੰਬੰਧ 'ਚ ਨਹੀਂ। ਪਰਮਾਤਮਾ ਦੇ ਸੰਬੰਧ 'ਚ ਜਿੰਨਾ ਝੂਠ ਪ੍ਰਚਲਿਤ ਹੈ, ਉਹਨਾਂ ਕਿਸੇ ਹੋਰ ਦੇ ਸੰਬੰਧ ਵਿੱਚ ਨਹੀਂ। ਪਰਮਾਤਮਾ ਦੇ ਸੰਬੰਧ 'ਚ ਜਿੰਨੇ ਅਸੱਚ, ਜਿੰਨੇ ਝੂਠ, ਜਿੰਨੀਆਂ ਕਲਪਨਾਵਾਂ ਪ੍ਰਚਲਿਤ ਹਨ, ਉਨੀਆਂ ਕਿਸੇ ਹੋਰ ਦੇ ਸੰਬੰਧ ਵਿੱਚ ਨਹੀਂ ਹਨ। ਤੇ ਕੁਝ ਗੱਲ ਅਜਿਹੀ ਹੈ ਕਿ ਸ਼ਾਇਦ ਪਰਮਾਤਮਾ ਦੇ ਸੰਬੰਧ ਵਿੱਚ ਸੱਚ ਕਿਹਾ ਹੀ ਨਹੀਂ ਜਾ ਸਕਦਾ। ਜੋ ਵੀ ਕਿਹਾ ਜਾਂਦਾ ਹੈ, ਉਹ ਕਹਿਣ ਦੇ ਕਾਰਨ ਹੀ ਅਸੱਚ ਹੋ ਜਾਂਦਾ ਹੈ। ਕੁਝ ਹੈ ਜਿਹਨੂੰ ਕਹਿਣਾ ਸੰਭਵ ਨਹੀਂ ਹੈ। ਕੁਝ ਹੈ ਜਿਹਨੂੰ ਜਾਣਿਆ ਜਾ ਸਕਦਾ ਲੇਕਿਨ ਕਿਹਾ ਨਹੀਂ ਜਾ ਸਕਦਾ। ਤੇ ਹੈਰਾਨੀ ਦੀ ਗੱਲ ਹੈ ਕਿ ਜਿਸ ਪਰਮਾਤਮਾ ਦੇ ਸੰਬੰਧ 'ਚ ਕੁਝ ਵੀ ਨਹੀਂ ਕਿਹਾ ਜਾ ਸਕਦਾ, ਉਸ ਦੇ ਸੰਬੰਧ ਵਿੱਚ ਇੰਨੇ ਸ਼ਾਸਤਰ ਲਿਖੇ ਗਏ ਹਨ ਜਿਨ੍ਹਾਂ ਦਾ ਹਿਸਾਬ ਲਾਉਣਾ ਮੁਸ਼ਕਿਲ ਹੈ। ਸ਼ਬਦ ਅਸਮਰਥ ਹਨ। ਅਸੀਂ ਜੋ ਕਹਿ ਸਕਦੇ ਹਾਂ ਉਹ ਸੰਸਾਰ ਦੇ ਅੱਗੇ ਨਹੀਂ ਜਾਂਦਾ। ਸ਼ਬਦ ਵਿੱਚ, ਭਾਸ਼ਾ ਵਿੱਚ ਸੰਸਾਰ ਤੋਂ ਅੱਗੇ ਦੀ ਗੱਲ ਨਹੀਂ ਕਹੀ ਜਾ ਸਕਦੀ। ਤੇ ਇਸ ਲਈ ਈਸ਼ਵਰ ਦੇ ਸੰਬੰਧ ਵਿੱਚ ਜੋ ਵੀ ਅਸੀਂ ਕਹਿੰਦੇ ਹਾਂ, ਚਾਹੇ ਉਹਨੂੰ ਪਿਤਾ ਕਹੋ, ਚਾਹੇ ਮਿੱਤਰ ਕਹੋ, ਚਾਹੇ ਪ੍ਰੇਮੀ ਕਹੋ, ਕੋਈ ਵੀ ਗੱਲ ਸੱਚ ਨਹੀਂ ਹੈ। ਕਿਉਂਕਿ ਪ੍ਰੇਮੀ ਤੋਂ ਅਸੀਂ ਜੋ ਸਮਝਦੇ ਹਾਂ, ਮਿੱਤਰ ਤੋਂ ਅਸੀਂ ਜੋ ਸਮਝਦੇ ਹਾਂ, ਪਿਤਾ ਤੋਂ ਅਸੀਂ ਜੋ ਸਮਝਦੇ ਹਾਂ, ਪਰਮਾਤਮਾ ਉਸ ਤੋਂ ਬਹੁਤ ਭਿੰਨ ਤੇ ਬਹੁਤ ਜ਼ਿਆਦਾ ਹੈ। ਲੇਕਿਨ ਸਾਡੇ ਕੋਲ ਹੋਰ ਸ਼ਬਦ ਵੀ ਹਨ, ਜੀਵਨ ਦੇ ਕੰਮ ਚਲਾਊ ਸ਼ਬਦ ਹਨ। ਉਹਨਾਂ ਨੂੰ ਅਸੀਂ ਉਹਦੇ ਸੰਬੰਧ ਵਿੱਚ ਵੀ ਪ੍ਰਯੋਗ ਕਰ ਲੈਂਦੇ ਹਾਂ। ਤੇ ਇਸ ਲਈ ਜੋ ਵੀ ਸੋਚਿਆ, ਵਿਚਾਰਿਆ, ਕਿਹਾ, ਲਿਖਿਆ, ਪੜ੍ਹਿਆ ਜਾਂਦਾ ਹੈ, ਉਹ ਸਾਨੂੰ ਉਸ ਦੀ ਜ਼ਰਾ ਜਿੰਨੀ ਵੀ ਝਲਕ ਨਹੀਂ ਵਿਖਾਉਂਦਾ। ਮੈਂ ਸੁਣਿਆ ਇੱਕ ਫਕੀਰ ਇੱਕ ਰਸਤੇ ਤੋਂ ਲੰਘਦਾ ਸੀ। ਸਰਦੀ ਦੀ ਰਾਤ ਸੀ ਤੇ ਉਹਦੇ ਹੱਥ ਪੈਰ ਠੰਡੇ ਹੋ ਗਏ। ਉਸ ਦੇ ਕੋਲ ਕੱਪੜੇ ਨਹੀਂ ਸਨ। ਉਹ ਇੱਕ ਦਰਖਤ ਹੇਠਾਂ ਰੁਕਿਆ। ਸਵੇਰੇ ਜਦੋਂ ਉਹਦੀ ਨੀਂਦ ਖੁੱਲੀ ਤਦ ਹੱਥ ਪੈਰ ਹਿਲਾਉਣੇ ਵੀ ਮੁਸ਼ਕਿਲ ਸਨ। ਉਹਨੇ ਕਿਸੇ ਕਿਤਾਬ 'ਚ ਪੜ੍ਹਿਆ ਸੀ ਕਿ ਜਦੋਂ ਹੱਥ ਪੈਰ ਠੰਡੇ ਹੋ ਜਾਂਦੇ ਹਨ ਤਾਂ ਆਦਮੀ ਮਰ ਜਾਂਦਾ ਹੈ। ਕਿਤਾਬਾਂ ਪੜ੍ਹ ਕੇ ਜੋ ਲੋਕ ਚੱਲਦੇ ਹਨ, ਉਹ ਜਿਹੀ ਭੁਲੇਖਿਆਂ 'ਚ ਪੈ ਜਾਂਦੇ ਹਨ। ਉਹਨੇ ਸੋਚਿਆ ਕਿ ਸ਼ਾਇਦ ਮੈਂ ਮਰ ਗਿਆ ਹਾਂ। ਉਹਨੂੰ ਪਤਾ ਸੀ ਕਿ ਮਰੇ ਹੋਏ ਲੋਕ ਕਿਸ ਤਰ੍ਹਾਂ ਦੇ ਹੋ ਜਾਂਦੇ ਹਨ, ਤਾਂ ਉਹ ਅੱਖਾਂ ਬੰਦ ਕਰਕੇ ਲੇਟਿਆ ਰਿਹਾ। ਕੁਝ ਲੋਕ ਰਾਹ ਤੋਂ ਲੰਘੇ ਜਾਂਦੇ ਸਨ। ਉਹਨਾਂ ਨੇ ਉਸ ਆਦਮੀ ਨੂੰ ਮਰਿਆ ਹੋਇਆ ਸਮਝ ਕੇ ਉਹਦੀ ਅਰਥੀ ਬਣਾਈ ਤੇ ਉਹਨੂੰ ਇਹ ਸ਼ਮਸ਼ਾਨ ਵੱਲ ਲੈ ਟੁਰੇ। ਉਹ ਇੱਕ ਚੁਰਾਹੇ ਤੇ ਪਹੁੰਚੇ ਜਿੱਥੋਂ 4 ਰਸਤੇ ਫੁੱਟਦੇ ਸਨ ਤੇ ਉਹ ਚਿੰਤਾ 'ਚ ਪੈ ਗਏ ਕਿ ਸ਼ਮਸ਼ਾਨ ਨੂੰ ਕਿਹੜਾ ਰਾਹ ਜਾਂਦਾ ਹੈ। ਉਹ ਅਜਨਬੀ ਲੋਕ ਸਨ, ਉਸ ਪਿੰਡ ਦੇ ਰਸਤੇ ਤੋਂ ਜਾਣੂ ਨਹੀਂ ਸਨ। ਉਹ ਚਾਰੇ ਵਿਚਾਰ ਕਰਨ ਲੱਗੇ ਕਿ ਕੋਈ ਮਿਲ ਜਾਏ ਪਿੰਡ ਦਾ ਰਹਿਣ ਵਾਲਾ ਤਾਂ ਅਸੀਂ ਪੁੱਛ ਲਈਏ ਕਿ ਸ਼ਮਸ਼ਾਨ ਨੂੰ ਕਿਹੜਾ ਰਸਤਾ ਜਾਂਦਾ ਹੈ। ਫਕੀਰ ਤਾਂ ਜਿਉਂਦਾ ਸੀ। ਉਹਨੇ ਸੋਚਿਆ ਕਿ ਵਿਚਾਰੇ ਬੜੀ ਮੁਸ਼ਕਿਲ 'ਚ ਪੈ ਗਏ ਹਨ, ਹੁਣ ਪਤਾ ਨਹੀਂ ਪਿੰਡ ਵਾਲਾ ਕੋਈ ਆਏਗਾ ਕਿ ਨਹੀਂ ਆਏਗਾ। ਤਾਂ ਉਹ ਅਰਥੀ ਤੋਂ ਬੋਲਿਆ ਕਿ ਜਦੋਂ ਮੈਂ ਜਿਉਂਦਾ ਹੁੰਦਾ ਸੀ ਤਦ ਲੋਕ ਖੱਬੇ ਰਸਤੇ ਤੇ ਸ਼ਮਸ਼ਾਨ ਨੂੰ ਜਾਂਦੇ ਸਨ। ਹਾਲਾਂਕਿ ਮੈਂ ਮਰ ਗਿਆ ਤੇ ਹੁਣ ਦੱਸਣ ਤੋਂ ਅਸਮਰਥ ਹਾਂ, ਲੇਕਿਨ ਇੰਨੀ ਗੱਲ ਤਾਂ ਕਹਿ ਹੀ ਸਕਦਾ। ਉਹਨਾਂ ਚਾਰੇ ਜਣਿਆਂ ਨੇ ਘਬਰਾ ਕੇ ਅਰਥੀ ਛੱਡ ਦਿੱਤੀ। ਉਹ ਫਕੀਰ ਹੇਠਾਂ ਡਿੱਗ ਪਿਆ। ਉਹਨਾਂ ਨੇ ਕਿਹਾ, ਤੂੰ ਕਿਹੋ ਜਿਹਾ ਪਾਗਲ ਹੈ, ਤੂੰ ਬੋਲਦਾ ਹੈ? ਕਦੀ ਮਰੇ ਹੋਏ ਆਦਮੀ ਬੋਲਦੇ ਹਨ? ਉਸ ਫਕੀਰ ਨੇ ਕਿਹਾ, ਮੈਂ ਅਜਿਹੇ ਜਿਉਂਦੇ ਆਦਮੀ ਦੇਖੇ ਹਨ ਜੋ ਬੋਲਦੇ ਨਹੀਂ। ਤਾਂ ਇਸ ਤੋਂ ਉਲਟਾ ਵੀ ਤਾਂ ਹੋ ਸਕਦਾ ਹੈ ਕਿ ਕੁਝ ਮੁਰਦੇ ਅਜਿਹੇ ਹੋਣ ਜੋ ਬੋਲਦੇ ਹੋਣ। ਜੇ ਕੋਈ ਜ਼ਿੰਦਾ ਆਦਮੀ ਚਾਹੇ ਤਾਂ ਨਾ ਬੋਲੇ, ਤਾਂ ਕੀ ਕੋਈ ਮੁਰਦਾ ਆਦਮੀ ਚਾਹੇ ਤਾਂ ਬੋਲ ਨਹੀਂ ਸਕਦਾ? ਇਸ 'ਚ ਇੰਨੀ ਹੈਰਾਨੀ ਵਾਲੀ ਕਿਹੜੀ ਗੱਲ ਹੈ? ਉਹ ਫਕੀਰ ਕਹਿਣ ਲੱਗਾ। ਮੈਂ ਜਦੋਂ ਇਹ ਕਹਾਣੀ ਸੁਣੀ ਤਾਂ ਮੇਰੇ ਮਨ 'ਚ ਇੱਕ ਖਿਆਲ ਆਇਆ ਤੇ ਉਹ ਇਹ ਕਿ ਅਸਲੀਅਤ ਹੋਰ ਵੀ ਉਲਟੀ ਹੈ। ਇਹ ਤਾਂ ਹੋ ਸਕਦਾ ਹੈ ਕਿ ਮੁਰਦਾ ਆਦਮੀ ਬੋਲਦਾ ਹੋਇਆ ਮਿਲ ਜਾਏ। ਇਹ ਜ਼ਰਾ ਮੁਸ਼ਕਿਲ ਹੀ ਹੈ ਕਿ ਜ਼ਿੰਦਾ ਆਦਮੀ ਹੋਰ ਚੁੱਪ ਹੋ ਜਾਏ। ਜ਼ਿੰਦਾ ਆਦਮੀ ਨਾ ਬੋਲੇ, ਇਹ ਜ਼ਰਾ ਮੁਸ਼ਕਿਲ ਹੀ ਹੈ। ਇਹੋ ਜਿਹਾ ਜ਼ਿਆਦਾ ਸੌਖਾ ਲੱਗਦਾ ਹੈ ਕਿ ਮਰਿਆ ਹੋਇਆ ਆਦਮੀ ਬੋਲ ਪਏ। ਅਸੀਂ ਸਾਰੇ ਜ਼ਿੰਦਾ ਹਾਂ, ਲੇਕਿਨ ਅਸੀਂ ਜ਼ਿੰਦਗੀ ਵਿੱਚ ਇੱਕ ਵੀ ਪਲ ਨਹੀਂ ਜਾਣਿਆ ਹੋਏਗਾ ਜਦੋਂ ਕਿਸੇ ਨਾ ਕਿਸੇ ਰੂਪ 'ਚ ਅਸੀਂ ਨਹੀਂ ਬੋਲ ਰਹੇ ਹਾਂ, ਜਾਂ ਬਾਹਰ ਜਾਂ ਅੰਦਰ ਅਸੀਂ ਨਾ ਬੋਲਣ ਦਾ, ਸਾਇਲੈਂਸ ਦਾ, ਮੌਨ ਦਾ ਇੱਕ ਵੀ ਪਲ ਨਹੀਂ ਜਾਣਿਆ। ਅਸੀਂ ਬਹੁਤ ਜਨਮ ਦੇਖੇ ਹੋਣਗੇ,
ਲੇਕਿਨ ਉਹ ਸਾਰੇ ਜਨਮ ਸ਼ਬਦਾਂ ਦੇ ਜਨਮ ਹਨ ਤੇ ਅਸੀਂ ਇਸ ਜ਼ਿੰਦਗੀ ਵਿੱਚ ਵੀ ਬਹੁਤ ਦਿਨ ਬਤੀਤ ਕੀਤੇ ਹਨ, ਲੇਕਿਨ ਉਹ ਸਭ ਸ਼ਬਦ ਦੀ ਯਾਤਰਾ ਦੇ ਦਿਨ ਹਨ। ਜਦੋਂ ਅਸੀਂ ਬੋਲਦੇ ਹਾਂ, ਨਹੀਂ ਬੋਲਦੇ ਤਾਂ ਸੋਚਦੇ ਹਾਂ, ਨਹੀਂ ਸੋਚਦੇ ਤਾਂ ਸੁਪਨੇ ਦੇਖਦੇ ਹਾਂ, ਲੇਕਿਨ ਸ਼ਬਦ ਬੋਲਣਾ ਕਿਸੇ ਨਾ ਕਿਸੇ ਪੱਧਰ ਉੱਤੇ ਜਾਰੀ ਰਹਿੰਦਾ ਹੈ ਤੇ ਜਿਸ ਆਦਮੀ ਦੇ ਸ਼ਬਦ ਅਜੇ ਜਾਰੀ ਹਨ ਉਹ ਪਰਮਾਤਮਾ ਨੂੰ ਨਹੀਂ ਪਛਾਣ ਸਕੇਗਾ, ਕਿਉਂਕਿ ਉਹਦੀ ਪਛਾਣ ਨਿਸ਼ਬਦ ਵਿੱਚ, ਸਾਇਲੈਂਸ ਵਿੱਚ ਹੀ ਸੰਭਵ ਹੈ। ਇਸ ਲਈ ਨਾਸਤਿਕ ਜਿੱਤ ਜਾਂਦੇ ਹਨ ਜੇ ਆਸਤਿਕ ਨਾਲ ਬਹਿਸ ਕਰਨ। ਆਸਤਿਕ ਦੀ ਹਾਰ ਯਕੀਨੀ ਹੈ। ਆਸਤਿਕ ਨਾਸਤਿਕ ਤੋਂ ਕਦੀ ਵੀ ਜਿੱਤ ਨਹੀਂ ਸਕਦਾ। ਨਾ ਜਿੱਤਣ ਦਾ ਕਾਰਨ ਹੈ ਇਨਕਾਰ ਸ਼ਬਦਾਂ ਵਿੱਚ ਹੋ ਸਕਦਾ ਹੈ। ਆਸਤਿਕ ਸਵੀਕਾਰ ਕਰਦਾ ਹੈ, ਸਵੀਕ੍ਰਿਤੀ ਨੂੰ ਸ਼ਬਦਾਂ 'ਚ ਦੱਸਣਾ ਕਠਿਨ ਹੈ। ਇਸ ਲਈ ਆਸਤਿਕ ਨਿਰੰਤਰ ਮੁਸ਼ਕਿਲ ਵਿੱਚ ਰਿਹਾ ਹੈ। ਲੇਕਿਨ ਤੁਸੀਂ ਆਪਣੇ ਆਪ ਨੂੰ ਆਸਤਿਕ ਨਾ ਸਮਝ ਲੈਣਾ, ਕਿਉਂਕਿ ਆਸਤਿਕ ਧਰਤੀ ਉੱਪਰ ਮੁਸ਼ਕਿਲ ਨਾਲ ਕੋਈ ਪੈਦਾ ਹੁੰਦਾ ਹੈ। ਧਰਤੀ ਉੱਪਰ ਦੋ ਤਰ੍ਹਾਂ ਦੇ ਨਾਸਤਿਕ ਹਨ, ਇੱਕ ਉਹ ਜੋ ਜਾਣਦੇ ਹਨ ਕਿ ਨਾਸਤਿਕ ਹਨ ਤੇ ਇੱਕ ਉਹ ਜੋ ਨਹੀਂ ਜਾਣਦੇ ਕਿ ਨਾਸਤਿਕ ਹਨ ਤੇ ਆਪਣੇ ਆਪ ਨੂੰ ਆਸਤਿਕ ਸਮਝਦੇ ਹਨ। ਧਰਤੀ ਉੱਪਰ ਆਸਤਿਕ ਬਹੁਤ ਮੁਸ਼ਕਿਲ ਨਾਲ ਪੈਦਾ ਹੁੰਦਾ ਹੈ, ਕਿਉਂਕਿ ਆਸਤਿਕ ਉਦੋਂ ਪੈਦਾ ਹੁੰਦਾ ਜਦੋਂ ਉਹ ਪਰਮਾਤਮਾ ਨੂੰ ਜਾਣ ਲਵੇ। ਉਸ ਤੋਂ ਪਹਿਲਾਂ ਕੋਈ ਆਸਤਿਕ ਨਹੀਂ ਹੋ ਸਕਦਾ, ਕਿਉਂਕਿ ਜਿਹਨੂੰ ਅਸੀਂ ਜਾਣਿਆ ਨਹੀਂ ਉਸ ਉੱਤੇ ਭਰੋਸਾ ਕਿਵੇਂ ਹੋ ਸਕਦਾ ਹੈ? ਜਿਹਨੂੰ ਅਸੀਂ ਜਾਣੀਏ ਉਸ ਉੱਤੇ ਭਰੋਸਾ ਹੋ ਸਕਦਾ ਹੈ। ਲੇਕਿਨ ਸਾਰੀ ਦੁਨੀਆ ਵਿੱਚ ਬੜੀਆਂ ਅਜੀਬ ਗੱਲਾਂ ਸਿਖਾਈਆਂ ਜਾਂਦੀਆਂ ਹਨ। ਆਦਮੀ ਨੂੰ ਪਤਾ ਹੀ ਨਹੀਂ ਪਰਮਾਤਮਾ ਦਾ ਤੇ ਅਸੀਂ ਉਹਨੂੰ ਆਸਥਾ ਸਿਖਾ ਦਿੰਦੇ ਹਾਂ, ਬਿਲੀਫ ਸਿਖਾ ਦਿੰਦੇ ਹਾਂ। ਉਹਨੂੰ ਕਹਿੰਦੇ ਹਾਂ ਮੰਨ ਲਓ। ਇੱਕ ਬੱਚਾ ਪੈਦਾ ਹੋਇਆ, ਉਹਨੂੰ ਅਸੀਂ ਕਹਿੰਦੇ ਹਾਂ ਕਿ ਮੰਨੋ ਪਰਮਾਤਮਾ ਹੈ। ਧਿਆਨ ਰਹੇ, ਜਿਸ ਚੀਜ਼ ਨੂੰ ਵੀ ਕੋਈ ਮੰਨ ਲਏਗਾ ਉਹ ਫਿਰ ਉਹਨੂੰ ਜਾਣ ਨਹੀਂ ਸਕੇਗਾ। ਮੰਨਣਾ ਬਹੁਤ ਖਤਰਨਾਕ ਹੈ, ਬਿਲੀਫ ਬਹੁਤ ਖਤਰਨਾਕ ਹੈ। ਮੈਂ ਇੱਕ ਛੋਟੇ ਜਿਹੇ ਅਨਾਥ ਆਸ਼ਰਮ 'ਚ ਗਿਆ ਸੀ। ਕੋਈ 100 ਬੱਚੇ ਸਨ ਤੇ ਅਨਾਥ ਆਸ਼ਰਮ ਦੇ ਪ੍ਰਬੰਧਕਾਂ ਨੇ ਮੈਨੂੰ ਕਿਹਾ ਆਪਣੇ ਬੱਚਿਆਂ ਨੂੰ ਅਸੀਂ ਧਰਮ ਦੀ ਵੀ ਸਿੱਖਿਆ ਦਿੰਦੇ ਹਾਂ। ਮੈਂ ਥੋੜਾ ਹੈਰਾਨ ਹੋਇਆ। ਮੈਂ ਕਿਹਾ ਧਰਮ ਦੀ ਸਿੱਖਿਆ? ਧਰਮ ਦੀ ਸਾਧਨਾ ਤਾਂ ਹੋ ਸਕਦੀ ਹੈ, ਸਿੱਖਿਆ ਨਹੀਂ ਹੁੰਦੀ। ਧਰਮ ਦੀ ਸਿੱਖਿਆ ਹੋ ਹੀ ਨਹੀਂ ਸਕਦੀ, ਸਿਰਫ ਸਾਧਨਾ ਹੀ ਹੋ ਸਕਦੀ ਹੈ। ਸਿੱਖਿਆ ਉਹਨਾਂ ਚੀਜ਼ਾਂ ਦੀ ਹੋ ਸਕਦੀ ਹੈ ਜੋ ਸਾਡੇ ਤੋਂ ਬਾਹਰ ਹਨ, ਕੋਈ ਦੂਜਾ ਉਹਨਾਂ ਬਾਰੇ ਸਾਨੂੰ ਦੱਸ ਸਕਦਾ ਹੈ। ਲੇਕਿਨ ਜੋ ਸਾਡੇ ਅੰਦਰ ਹੈ, ਸਾਡੇ ਸਿਵਾਏ ਹੋਰ ਕੋਈ ਨਹੀਂ ਉਹਨੂੰ ਦੱਸ ਸਕਦਾ। ਉਹਦੀ ਤਰਫ ਕੋਈ ਇਸ਼ਾਰਾ ਵੀ ਨਹੀਂ ਹੋ ਸਕਦਾ ਤੇ ਜੋ ਵੀ ਇਸ਼ਾਰਾ ਹੋਏਗਾ ਉਹ ਝੂਠ ਹੋ ਜਾਏਗਾ। ਫਿਰ ਵੀ ਮੈਂ ਕਿਹਾ ਤੁਸੀਂ ਕਹਿੰਦੇ ਹੋ ਤਾਂ ਮੈਂ ਚੱਲਾਂਗਾ। ਮੈਂ ਗਿਆ। ਉਹਨਾਂ ਨੇ ਕਿਹਾ ਤੁਹਾਨੂੰ ਪਤਾ ਨਹੀਂ ਅਸੀਂ ਸੱਚ ਵਿੱਚ ਹੀ ਸਿੱਖਿਆ ਦਿੰਦੇ ਹਾਂ। 100 ਬੱਚੇ ਸਨ, ਅਨਾਥ ਬੱਚੇ ਸਨ। ਹੁਣ ਅਨਾਥ ਬੱਚਿਆਂ ਨੂੰ ਤਾਂ ਜੋ ਕੁਝ ਵੀ ਸਿਖਾਇਆ ਜਾਏ ਸਿੱਖਣਾ ਹੀ ਪਏਗਾ। ਉਹਨਾਂ ਪ੍ਰਬੰਧਕਾਂ ਨੇ ਉਹਨਾਂ ਬੱਚਿਆਂ ਤੋਂ ਪੁੱਛਿਆ ਈਸ਼ਵਰ ਹੈ? ਉਹਨਾਂ ਸਾਰੇ ਬੱਚਿਆਂ ਨੇ ਹੱਥ ਉੱਪਰ ਚੁੱਕ ਲਏ, ਜਿਵੇਂ ਕੋਈ ਗਣਿਤ ਦਾ ਸਵਾਲ ਹੋਵੇ ਜਾਂ ਕੋਈ ਭੂਗੋਲ ਜਾਂ ਇਤਿਹਾਸ ਦੀ ਗੱਲ ਹੋਵੇ। ਉਹਨਾਂ ਬੱਚਿਆਂ ਨੇ ਹੱਥ ਉੱਪਰ ਚੁੱਕ ਲਏ ਕਿ ਹਾਂ ਈਸ਼ਵਰ ਹੈ। 100 ਬੱਚਿਆਂ ਨੇ। ਮੈਂ ਬਹੁਤ ਹੈਰਾਨ ਹੋਇਆ। ਮੈਂ ਕਿਹਾ ਆਦਮੀ ਨੂੰ ਮਰਦਿਆਂ ਤੱਕ ਪਤਾ ਨਹੀਂ ਲੱਗਦਾ ਈਸ਼ਵਰ ਦੇ ਹੋਣ ਦਾ, ਇਹਨਾਂ ਬੱਚਿਆਂ ਨੂੰ ਹੁਣੇ ਤੋਂ ਪਤਾ ਲੱਗ ਗਿਆ। ਇਹ ਤਾਂ ਬਿਲਕੁਲ ਚਮਤਕਾਰ ਹੈ। ਉਸ ਪ੍ਰਬੰਧਕ ਨੇ ਪੁੱਛਿਆ ਕਿ ਆਤਮਾ ਹੈ? ਉਹਨਾਂ ਬੱਚਿਆਂ ਨੇ ਫਿਰ ਹੱਥ ਖੜੇ ਕਰ ਦਿੱਤੇ। ਉਸ ਪ੍ਰਬੰਧਕ ਨੇ ਪੁੱਛਿਆ ਆਤਮਾ ਕਿੱਥੇ ਹੈ? ਉਹਨਾਂ ਬੱਚਿਆਂ ਨੇ ਹਿਰਦੇ ਉੱਤੇ ਹੱਥ ਰੱਖ ਦਿੱਤੇ ਕਿ ਇੱਥੇ। ਮੈਂ ਇੱਕ ਛੋਟੇ ਜਿਹੇ ਬੱਚੇ ਨੂੰ ਪੁੱਛਿਆ ਕਿ ਤੁਸੀਂ ਦੱਸੋਗੇ ਹਿਰਦਾ ਕਿੱਥੇ ਹੈ? ਉਹਨੇ ਕਿਹਾ ਇਹ ਤਾਂ ਸਾਨੂੰ ਸਿਖਾਇਆ ਹੀ ਨਹੀਂ ਗਿਆ। ਜੋ ਸਿਖਾਇਆ ਗਿਆ ਉਹ ਅਸੀਂ ਦੱਸ ਰਹੇ ਹਾਂ। ਜੋ ਬੁੱਢੇ ਹੋ ਗਏ ਹਨ ਉਹ ਵੀ ਇੱਕ ਦਿਨ ਬੱਚੇ ਹੀ ਸਨ। ਇਹ ਬੱਚੇ ਕੱਲ ਵੱਡੇ ਹੋਣਗੇ, ਬੁੱਢੇ ਹੋਣਗੇ ਤੇ ਭੁੱਲ ਜਾਣਗੇ ਕਿ ਉਹ ਹੱਥ ਜੋ ਇਹਨਾਂ ਨੇ ਈਸ਼ਵਰ ਲਈ ਚੁੱਕਿਆ ਸੀ ਸਿਖਾਇਆ ਹੋਇਆ ਹੱਥ ਸੀ। ਸਿਖਾਏ ਹੋਏ ਹੱਥ ਝੂਠੇ ਹੁੰਦੇ ਹਨ। ਬੁਢਾਪੇ ਵਿੱਚ ਵੀ ਇਹਨਾਂ ਤੋਂ ਕੋਈ ਪੁੱਛੇਗਾ ਈਸ਼ਵਰ ਹੈ, ਉਹ ਬਚਪਨ 'ਚ ਸਿੱਖੀ ਹੋਈ ਗੱਲ ਉੱਠ ਕੇ ਖੜੀ ਹੋ ਜਾਏਗੀ। ਇਹ ਕਹਿਣਗੇ ਹਾਂ ਈਸ਼ਵਰ ਹੈ, ਲੇਕਿਨ ਇਹ ਗੱਲ ਸਰਾਸਰ ਝੂਠੀ ਹੋਏਗੀ ਕਿਉਂਕਿ ਸਿਖਾਈ ਗਈ ਹੈ, ਜਾਣੀ ਨਹੀਂ ਗਈ। ਰੂਸ ਵਿੱਚ ਬੱਚਿਆਂ ਨੂੰ ਉਹ ਦੂਜੀ ਗੱਲ ਸਿਖਾਉਂਦੇ ਹਨ ਕਿ ਈਸ਼ਵਰ ਨਹੀਂ ਹੈ। ਬੱਚੇ ਉਹ ਸਿੱਖ ਲੈਂਦੇ ਹਨ। ਬੱਚਿਆਂ ਨੂੰ ਸਿਖਾਉਂਦੇ ਹਨ ਕਿ ਈਸ਼ਵਰ ਨਹੀਂ ਹੈ ਤਾਂ 20 ਕਰੋੜ ਦਾ ਮੁਲਕ ਕਹਿੰਦਾ ਹੈ ਈਸ਼ਵਰ ਨਹੀਂ ਹੈ। ਮੇਰੇ ਇੱਕ ਮਿੱਤਰ ਰੂਸ ਗਏ, ਉਹ ਸਕੂਲ ਦੇਖਣ ਗਏ ਸਨ। ਇੱਕ ਸਕੂਲ ਦੇ ਛੋਟੇ ਛੋਟੇ ਬੱਚਿਆਂ ਤੋਂ ਉਹਨਾਂ ਨੇ ਪੁੱਛਿਆ ਈਸ਼ਵਰ ਹੈ? ਤੇ ਇੱਕ ਛੋਟੇ ਜਿਹੇ ਬੱਚੇ ਨੇ ਕਿਹਾ
ਤੇ ਸਾਰੇ ਬੱਚੇ ਹੱਸਣ ਲੱਗੇ ਕਿ ਤੁਸੀਂ ਵੀ ਕਿਹੋ ਜਿਹੀਆਂ ਗੱਲਾਂ ਪੁੱਛਦੇ ਹੋ। ਐਬਸਰਡ, ਬੇਮਾਨੀਆਂ। ਇੱਕ ਛੋਟੇ ਜਿਹੇ ਬੱਚੇ ਨੇ ਕਿਹਾ ਗੋਡ ਵਾਜ਼, ਈਸ਼ਵਰ ਹੁੰਦਾ ਸੀ 1917 ਤੋਂ ਪਹਿਲਾਂ। ਹੁਣ ਕਿੱਥੇ? ਜਦੋਂ ਦੁਨੀਆ 'ਚ ਅਗਿਆਨਤਾ ਸੀ ਤਦ ਈਸ਼ਵਰ ਸੀ, ਹੁਣ ਕਿੱਥੇ? ਰੂਸ ਵਿੱਚ ਹੁਣ ਕੋਈ ਈਸ਼ਵਰ ਨਹੀਂ ਹੈ। ਸਾਨੂੰ ਹਾਸਾ ਆਏਗਾ, ਲੇਕਿਨ ਅਸੀਂ ਵੀ ਉਹਨਾਂ ਬੱਚਿਆਂ ਤੋਂ ਭਿੰਨ ਨਹੀਂ ਹਾਂ। ਭਿੰਨਤਾ ਇਸ ਗੱਲ 'ਚ ਹੈ ਸਿਰਫ ਕਿ ਉਹਨਾਂ ਨੂੰ ਸਿਖਾਇਆ ਗਿਆ ਹੈ ਕਿ ਈਸ਼ਵਰ ਨਹੀਂ ਹੈ, ਸਾਨੂੰ ਸਿਖਾਇਆ ਗਿਆ ਕਿ ਈਸ਼ਵਰ ਹੈ। ਲੇਕਿਨ ਦੋਵੇਂ ਥੋਥੀਆਂ ਗੱਲਾਂ ਹਨ, ਕਿਉਂਕਿ ਦੋਵੇਂ ਸਿਖਾਈਆਂ ਗਈਆਂ ਹਨ। ਨਾ ਉਹ ਜਾਣਦੇ ਹਨ ਕਿ ਈਸ਼ਵਰ ਨਹੀਂ ਹੈ, ਨਾ ਅਸੀਂ ਜਾਣਦੇ ਹਾਂ ਕਿ ਈਸ਼ਵਰ ਹੈ। ਸਾਡੀ ਹਾਲਤ ਬਿਲਕੁਲ ਇੱਕੋ ਜਿਹੀ ਹੈ। ਉਹਨਾਂ ਨੂੰ ਲੋਕ ਨਾਸਤਿਕ ਕਹਿਣਗੇ, ਸਾਨੂੰ ਲੋਕ ਆਸਤਿਕ ਕਹਿਣਗੇ। ਫਿਰ ਆਸਤਿਕਾਂ ਵਿੱਚ ਵੀ ਹਜ਼ਾਰਾਂ ਤਰ੍ਹਾਂ ਦੇ ਭੇਦ ਹਨ। ਹਿੰਦੂ ਕੁਝ ਸਿੱਖਿਆ ਲੈਂਦਾ ਹੈ, ਜੈਨੀ ਕੁਝ ਸਿੱਖਿਆ ਲੈਂਦਾ ਹੈ, ਬੁੱਧੀ ਕੁਝ ਸਿੱਖਿਆ ਲੈਂਦਾ ਹੈ। ਜੋ ਵੀ ਸਾਨੂੰ ਸਿਖਾ ਦਿੱਤਾ ਜਾਂਦਾ ਅਸੀਂ ਉਹ ਸਿੱਖ ਲੈਂਦੇ ਹਾਂ। ਤਾਂ ਫਿਰ ਕੋਈ ਹੋਰ ਗਿਆਨ ਹੈ ਜਾਂ ਕਿ ਜੋ ਸਿਖਾ ਦਿੱਤਾ ਗਿਆ ਉਹ ਗਿਆਨ ਹੈ? ਜੇ ਸਿਖਾਇਆ ਹੋਇਆ ਗਿਆਨ ਹੈ ਤਦ ਹੋ ਸਕਦਾ ਇੱਕ ਦਿਨ ਦੁਨੀਆ 'ਚ ਈਸ਼ਵਰ ਰਹੇ ਨਾ, ਕਿਉਂਕਿ ਸਾਰੀ ਦੁਨੀਆ ਨੂੰ ਸਿਖਾਇਆ ਜਾ ਸਕਦਾ ਹੈ ਕਿ ਈਸ਼ਵਰ ਨਹੀਂ ਹੈ। ਸਿਖਾਇਆ ਹੋਇਆ ਗਿਆਨ ਨਹੀਂ ਹੈ। ਸਿਖਾਇਆ ਹੋਇਆ ਤੋਤੇ ਦੀ ਤਰ੍ਹਾਂ ਰੱਟਾ ਹੈ, ਤੇ ਇਸ ਤੋਤੇ ਦੀ ਤਰ੍ਹਾਂ ਰੱਟਣ ਵਾਲੇ ਲੋਕਾਂ ਨੂੰ ਅਸੀਂ ਆਸਤਿਕ ਸਮਝ ਲੈਂਦੇ ਹਾਂ। ਇਸ ਤੋਂ ਵੱਡਾ ਭੁਲੇਖਾ ਪੈ ਜਾਂਦਾ। ਆਸਤਿਕ ਮੁਸ਼ਕਲ ਨਾਲ ਹੀ ਪੈਦਾ ਹੁੰਦਾ ਹੈ। ਅਸਲ ਵਿੱਚ ਆਸਤਿਕ ਉਦੋਂ ਪੈਦਾ ਹੁੰਦਾ ਜਦੋਂ ਅਸੀਂ ਜਾਣ ਜਾਂਦੇ ਹਾਂ ਕਿ ਉਹ ਕੀ ਹੈ, ਸੱਚ ਕੀ ਹੈ, ਜੋ ਹੈ ਉਹ ਕੀ ਹੈ। that which is, ਉਹ ਕੀ ਹੈ ਜੋ ਹੈ, ਜਦੋਂ ਅਸੀਂ ਉਹਨੂੰ ਜਾਣਦੇ ਹਾਂ। ਲੇਕਿਨ ਧਿਆਨ ਰਹੇ, ਜੋ ਪਹਿਲਾਂ ਤੋਂ ਵਿਸ਼ਵਾਸ ਕਰ ਲੈਂਦਾ ਉਹ ਕਦੀ ਜਾਣ ਨਹੀਂ ਸਕੇਗਾ। ਜੇ ਤੁਸੀਂ ਜਾਣੇ ਬਿਨਾਂ ਹੀ ਨਾਸਤਿਕ ਬਣ ਗਏ ਹੋ, ਆਸਤਿਕ ਬਣ ਗਏ ਹੋ, ਹਿੰਦੂ ਬਣ ਗਏ ਹੋ, ਮੁਸਲਮਾਨ ਬਣ ਗਏ ਹੋ, ਤਾਂ ਤੁਸੀਂ ਭਟਕ ਗਏ। ਫਿਰ ਤੁਸੀਂ ਕਦੀ ਵੀ ਨਹੀਂ ਜਾਣ ਸਕੋਗੇ, ਕਿਉਂਕਿ ਤੁਸੀਂ ਪਹਿਲਾਂ ਹੀ ਇਸ ਗੱਲ ਨੂੰ ਮੰਨ ਲਿਆ ਹੈ ਜਿਹਨੂੰ ਤੁਸੀਂ ਨਹੀਂ ਜਾਣਦੇ। ਤੇ ਜੋ ਵਿਅਕਤੀ ਇੰਨੀ ਵੀ ਹਿੰਮਤ ਨਹੀਂ ਕਰਦਾ ਕਿ ਕਹਿ ਸਕੇ ਕਿ ਜਿਸ ਗੱਲ ਨੂੰ ਨਹੀਂ ਜਾਣਦਾ ਉਸ ਬਾਰੇ ਕਹੇ ਕਿ ਨਹੀਂ ਜਾਣਦਾ, ਉਹ ਵਿਅਕਤੀ ਕਿਵੇਂ ਸੱਚ ਦੀ ਖੋਜ ਕਰ ਸਕਦਾ ਹੈ? ਸੱਚ ਦੀ ਖੋਜ ਪਰਮਾਤਮਾ ਦੀ ਖੋਜ ਦੀ ਪਹਿਲੀ ਸ਼ਰਤ ਹੈ ਕਿ ਅਸੀਂ ਕਿਸੇ ਵਿਸ਼ਵਾਸਾਂ ਵਿੱਚ ਨਾ ਪਈਏ, ਅਸੀਂ ਕਿਸੇ ਪੱਖ ਨੂੰ ਸਵੀਕਾਰ ਨਾ ਕਰੀਏ, ਅਸੀਂ ਖੋਜਣ ਲਈ ਨਿਕਲੀਏ। ਮੈਂ ਸੁਣਿਆ ਇੱਕ ਪਿੰਡ 'ਚ ਇੱਕ ਫਕੀਰ ਮਹਿਮਾਨ ਹੋਇਆ ਤੇ ਉਸ ਪਿੰਡ ਦੇ ਲੋਕ ਆਏ ਤੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਡੀ ਮਸਜਿਦ ਵਿੱਚ ਚੱਲੋ, ਸਾਨੂੰ ਸਮਝਾਓ ਈਸ਼ਵਰ ਦੇ ਸੰਬੰਧ ਵਿੱਚ। ਉਸ ਫਕੀਰ ਨੇ ਕਿਹਾ ਮੈਨੂੰ ਮਾਫ ਕਰ ਦਿਓ, ਕਿਉਂਕਿ ਕਿੰਨੇ ਲੋਕ ਸਮਝਾ ਚੁੱਕੇ ਹਨ, ਕੋਈ ਸਮਝਦਾ ਹੀ ਨਹੀਂ, ਹੁਣ ਮੈਨੂੰ ਪਰੇਸ਼ਾਨ ਨਾ ਕਰੋ। ਲੇਕਿਨ ਜਿੰਨਾ ਉਹਨੇ ਮਨਾ ਕੀਤਾ, ਜਿਵੇਂ ਕਿ ਲੋਕਾਂ ਦੀ ਆਦਤ ਹੁੰਦੀ ਹੈ, ਜਿਸ ਚੀਜ਼ ਲਈ ਮਨਾ ਕਰੋ ਹੋਰ ਭੜਕ ਪੈਂਦੇ ਹਨ। ਜਿਸ ਚੀਜ਼ ਲਈ ਮਨਾ ਕਰੋ ਉਹਨਾਂ ਦਾ ਮਨ ਹੋਰ ਜ਼ੋਰ ਨਾਲ ਭੜਕਣ ਲੱਗਦਾ ਹੈ ਕਿ ਚਲੀਏ, ਦੇਖੀਏ, ਖੋਜੀਏ। ਇਸ ਦਰਵਾਜ਼ੇ ਉੱਤੇ ਲਿਖ ਦਿੱਤਾ ਜਾਏ ਇੱਥੋਂ ਝਾਕਣਾ ਮਨਾ ਹੈ, ਤੇ ਫਿਰ ਇਸ ਪਿੰਡ ਵਿੱਚ ਸ਼ਾਇਦ ਹੀ ਕੋਈ ਅਜਿਹਾ ਆਦਮੀ ਮਿਲੇ ਜੋ ਬਿਨਾਂ ਝਾਕੇ ਨਿਕਲ ਜਾਏ। ਲੋਕਾਂ ਲਈ ਮਨਾਹੀ ਸੱਦਾ ਬਣ ਜਾਂਦਾ ਹੈ। ਇਨਕਾਰ ਕਰੋ ਤਾਂ ਸੱਦਾ ਹੋ ਜਾਂਦਾ ਹੈ। ਉਹ ਫਕੀਰ ਦੇ ਪਿੱਛੇ ਪੈ ਗਏ। ਫਕੀਰ ਟਾਲਣ ਲੱਗਿਆ ਤਾਂ ਹੋਰ ਪਿੱਛੇ ਪੈ ਗਏ। ਨਾ ਮੰਨੇ ਤਾਂ ਫਕੀਰ ਨੇ ਕਿਹਾ ਚਲੋ ਮੈਂ ਚੱਲਦਾ। ਉਹਨਾਂ ਦੇ ਪਿੰਡ ਦੀ ਮਸਜਿਦ ਵਿੱਚ ਗਿਆ। ਉਸ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਗਏ। ਉਹ ਫਕੀਰ ਮੰਚ ਉੱਤੇ ਬੈਠਾ ਤੇ ਉਹਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਾਂ, ਮੈਂ ਤੁਹਾਡੇ ਕੋਲੋਂ ਇੱਕ ਗੱਲ ਪੁੱਛ ਲਵਾਂ। ਈਸ਼ਵਰ ਹੈ, ਤੁਸੀਂ ਮੰਨਦੇ ਹੋ, ਜਾਣਦੇ ਹੋ ਈਸ਼ਵਰ ਹੈ? ਉਹਨਾਂ ਸਾਰੇ ਲੋਕਾਂ ਨੇ ਹੱਥ ਉਠਾ ਦਿੱਤੇ। ਉਹਨਾਂ ਨੇ ਕਿਹਾ ਕਿ ਹਾਂ ਈਸ਼ਵਰ ਹੈ, ਇਸ 'ਚ ਸ਼ੱਕ ਦੀ ਗੱਲ ਨਹੀਂ, ਸੰਦੇਹ ਦਾ ਸਵਾਲ ਹੀ ਨਹੀਂ, ਅਸੀਂ ਸਾਰੇ ਮੰਨਦੇ ਹਾਂ ਈਸ਼ਵਰ ਹੈ। ਉਸ ਫਕੀਰ ਨੇ ਕਿਹਾ ਫਿਰ ਮੇਰੇ ਬੋਲਣ ਦੀ ਜ਼ਰੂਰਤ ਨਹੀਂ ਰਹੀ, ਕਿਉਂਕਿ ਈਸ਼ਵਰ ਆਖਰੀ ਗਿਆਨ ਹੈ। ਜਿਸ ਨੇ ਉਹਨੂੰ ਵੀ ਜਾਣ ਲਿਆ, ਹੁਣ ਉਸ ਨਾਲ ਗੱਲ ਕਰਨੀ ਬੇਵਕੂਫੀ ਹੈ। ਮੈਂ ਜਾਂਦਾ ਹਾਂ। ਉਹ ਹੇਠਾਂ ਉਤਰ ਗਿਆ। ਉਹਨੇ ਕਿਹਾ ਕਿ ਜਦੋਂ ਤੁਹਾਨੂੰ ਈਸ਼ਵਰ ਤੱਕ ਦਾ ਪਤਾ ਲੱਗ ਚੁੱਕਾ ਹੈ ਤਾਂ ਹੁਣ ਹੋਰ ਮੈਂ ਤੁਹਾਨੂੰ ਕੀ ਦੱਸ ਸਕਾਂਗਾ। ਗੱਲ ਹੀ ਖਤਮ ਹੋ ਗਈ। ਯਾਤਰਾ ਦਾ ਹੀ ਅੰਤ ਹੋ ਗਿਆ। ਇਹ ਤਾਂ ਅੰਤਿਮ ਅਨੁਭਵ ਵੀ ਤੁਹਾਨੂੰ ਹੋ ਗਿਆ ਤੇ ਹੁਣ ਤੁਹਾਡੇ ਸਾਹਮਣੇ ਗੱਲਾਂ ਕਰਾਂ ਤਾਂ ਮੈਂ ਅਗਿਆਨੀ ਹਾਂ, ਮੈਨੂੰ ਮਾਫ ਕਰ ਦਿਓ। ਮਸਜਿਦ ਦੇ ਲੋਕ ਬੜੀ ਮੁਸੀਬਤ 'ਚ ਪੈ ਗਏ, ਕਿਉਂਕਿ ਜਾਣਦਾ ਤਾਂ ਕੋਈ ਵੀ ਨਹੀਂ ਸੀ ਕਿ ਈਸ਼ਵਰ ਹੈ। ਝੂਠੇ ਹੀ ਹੱਥ ਉਠਾ ਦਿੱਤੇ ਸਨ। ਉਠਾਉਂਦੇ ਵਕਤ ਖਿਆਲ ਵੀ ਨਹੀਂ ਸੀ ਕਿ ਅਸੀਂ ਝੂਠੇ ਹੱਥ ਉਠਾ ਰਹੇ ਹਾਂ। ਜੇ ਬਹੁਤੇ ਦਿਨਾਂ ਤੱਕ ਝੂਠੇ ਹੱਥ ਉਠਾਉਂਦੇ ਰਹੀਏ ਤਾਂ ਆਦਮੀ ਖੁਦ ਹੀ ਭੁੱਲ ਜਾਂਦਾ ਹੈ ਕਿ ਇਹ ਉਠਾਏ ਗਏ ਹੱਥ ਝੂਠੇ ਹਨ। ਤੁਸੀਂ ਵੀ ਜਦੋਂ ਮੰਦਰ ਦੀ ਮੂਰਤੀ ਅੱਗੇ ਸਿਰ ਝੁਕਾਉਂਦੇ ਹੋ ਤਾਂ ਕਦੀ ਖਿਆਲ ਕੀਤਾ ਕਿ ਸਿਰ ਸੱਚ ਵਿੱਚ ਝੁਕ ਰਿਹਾ ਜਾਂ ਝੂਠਾ ਝੁਕਾਇਆ ਜਾ ਰਿਹਾ ਹੈ?
ਇਹ ਸਿਰਫ ਆਦਤ ਹੈ, ਸਿਖਾਈ ਗਈ ਗੱਲ ਹੈ। ਜਦ ਤੁਸੀਂ ਕਦੀ ਇਹ ਜਾਣਿਆ ਕਿ ਇਸ ਮੂਰਤੀ 'ਚ ਕੁਝ ਹੈ, ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਨੂੰ ਮੂਰਤੀ ਵਿੱਚ ਕੁਝ ਦਿਖ ਜਾਏਗਾ ਉਹਨੂੰ ਸਾਰੀ ਦੁਨੀਆ 'ਚ ਫਿਰ ਕੁਝ ਨਹੀਂ ਦਿਖੇਗਾ। ਉਹ ਇੱਕ ਮੰਦਰ ਨੂੰ ਖੋਜਦਾ ਹੋਇਆ ਸਿਰ ਝੁਕਾਉਣ ਆਏਗਾ, ਫਿਰ ਤਾਂ ਜਿੱਥੇ ਵੀ ਦਿਖਾਈ ਪੈ ਜਾਏਗਾ ਸਭ ਉਹੀ ਹੈ, ਉੱਥੇ ਹੀ ਸਿਰ ਝੁਕਾ ਲਏਗਾ। ਅਧਾਰਮਿਕਾਂ ਦੇ ਇਲਾਵਾ ਮੰਦਰਾਂ 'ਚ ਸ਼ਾਇਦ ਹੀ ਕਦੀ ਕੋਈ ਜਾਂਦਾ ਹੈ। ਧਾਰਮਿਕ ਤਾਂ ਕਦੀ ਜਾਂਦਾ ਹੀ ਨਹੀਂ। ਇਹ ਮੈਂ ਨਹੀਂ ਕਹਿ ਰਿਹਾ ਕਿ ਜੋ ਨਹੀਂ ਜਾਂਦੇ ਉਹ ਧਾਰਮਿਕ ਹਨ। ਨਾ ਜਾਣ ਨਾਲ ਕੋਈ ਧਾਰਮਿਕ ਨਹੀਂ ਹੁੰਦਾ, ਲੇਕਿਨ ਧਾਰਮਿਕ ਸ਼ਾਇਦ ਹੀ ਮੰਦਰ ਜਾਂਦਾ ਦੇਖਿਆ ਗਿਆ। ਮਸਜਿਦ ਦੇ ਲੋਕ ਪਰੇਸ਼ਾਨੀ 'ਚ ਪੈ ਗਏ, ਲੇਕਿਨ ਉਹਨਾਂ ਨੇ ਸੋਚ ਵਿਚਾਰ ਕੀਤੀ ਕਿ ਇਸ ਫਕੀਰ ਤੋਂ ਸੁਣਨਾ ਤਾਂ ਜ਼ਰੂਰ ਸੀ। ਬੜੀ ਗਲਤੀ ਹੋ ਗਈ। ਸਾਡਾ ਉੱਤਰ ਹੀ ਅਜਿਹਾ ਸੀ ਕਿ ਅੱਗੇ ਬੋਲਣ ਦੀ ਲੋੜ ਨਾ ਪਈ। ਹੁਣ ਅਸੀਂ ਦੂਜਾ ਉੱਤਰ ਦੇਵਾਂਗੇ। ਫਿਰ ਇੱਕ ਵਾਰ ਫਕੀਰ ਨੂੰ ਕਿਸੇ ਤਰ੍ਹਾਂ ਬੁਲਾ ਕੇ ਲਿਆਓ। ਦੂਜੇ ਸ਼ੁੱਕਰਵਾਰ ਨੂੰ ਫਿਰ ਉਹਨਾਂ ਨੇ ਪ੍ਰਾਰਥਨਾ ਕੀਤੀ। ਉਸ ਫਕੀਰ ਨੇ ਕਿਹਾ ਕਿ ਮੈਂ ਤਾਂ ਗਿਆ ਸੀ ਪਿਛਲੀ ਵਾਰ, ਲੇਕਿਨ ਤੁਸੀਂ ਤਾਂ ਸਾਰੇ ਜਾਣਦੇ ਹੀ ਹੋ। ਹੁਣ ਅੱਗੇ ਹੋਰ ਕੀ ਦੱਸਣਾ ਹੈ? ਜੋ ਜਾਣਦਾ ਹੀ ਹੈ ਉਸ ਵਾਸਤੇ ਬਾਕੀ ਜਾਣਨ ਨੂੰ ਰਹਿ ਕੀ ਜਾਂਦਾ ਹੈ। ਹੁਣ ਤੁਸੀਂ ਜਾਣਦੇ ਹੀ ਹੋ ਤਾਂ ਗੱਲ ਕੀ ਕਰਨੀ ਹੈ? ਪਰ ਉਹਨਾਂ ਲੋਕਾਂ ਨੇ ਕਿਹਾ ਕਿ ਅਸੀਂ ਉਹ ਲੋਕ ਨਹੀਂ, ਅਸੀਂ ਦੂਜੇ ਲੋਕ ਹਾਂ। ਫਕੀਰ ਉਹਨਾਂ ਨੂੰ ਚੰਗੀ ਤਰ੍ਹਾਂ ਜਾਣ ਰਿਹਾ ਸੀ ਕਿ ਉਹ ਹੀ ਹਨ। ਉਹਨੇ ਕਿਹਾ ਠੀਕ ਹੈ, ਧਾਰਮਿਕ ਆਦਮੀ ਦਾ ਕਦੀ ਕੋਈ ਭਰੋਸਾ ਨਹੀਂ, ਝੱਟ ਵਿੱਚ ਬਦਲ ਜਾਏ। ਤਥਾ ਕਥਿਤ ਧਾਰਮਿਕ ਉਹ ਜੋ ਸੋ ਕਾਲਡ ਰਿਲੀਜੀਅਸ ਝੂਠਾ ਸਿਰਫ ਮੰਨਿਆ ਹੋਇਆ ਧਾਰਮਿਕ ਹੈ। ਧਰਮ ਦਾ ਉਹਦੇ ਜੀਵਨ 'ਚ ਕੋਈ ਸਬੰਧ ਨਹੀਂ। ਜੇ ਧਰਮ ਦਾ ਸਬੰਧ ਹੋ ਜਾਏ ਤਾਂ ਆਦਮੀ ਨਾ ਹਿੰਦੂ ਰਹੇਗਾ, ਨਾ ਮੁਸਲਮਾਨ, ਨਾ ਈਸਾਈ। ਧਰਮ ਵੀ 10 ਹੋ ਸਕਦੇ ਹਨ, ਸੱਚ ਵੀ 1000 ਤਰ੍ਹਾਂ ਦਾ ਹੋ ਸਕਦਾ ਹੈ। ਗਣਿਤ ਇੱਕ ਤਰ੍ਹਾਂ ਦਾ ਹੁੰਦਾ ਹੈ, ਚਾਹੇ ਤਿੱਬਤ ਵਿੱਚ, ਚਾਹੇ ਚੀਨ ਵਿੱਚ, ਤੇ ਚਾਹੇ ਹਿੰਦੁਸਤਾਨ 'ਚ ਹੋਵੇ, ਚਾਹੇ ਰੂਸ ਵਿੱਚ। ਸਭ ਥਾਈਂ ਗਣਿਤ ਇੱਕ ਹੈ, ਤੇ ਕੈਮਿਸਟਰੀ ਵੀ ਇੱਕ ਹੈ, ਤੇ ਫਿਜ਼ਿਕਸ ਵੀ ਇੱਕ ਹੈ, ਸਾਇੰਸ ਇੱਕ ਹੈ, ਲੇਕਿਨ ਧਰਮ 1000 ਹਨ। ਸਿਰਫ ਝੂਠ 1000 ਤਰ੍ਹਾਂ ਦੇ ਹੋ ਸਕਦੇ ਹਨ, ਸੱਚ 1000 ਤਰ੍ਹਾਂ ਦਾ ਨਹੀਂ ਹੋ ਸਕਦਾ। ਜੇ ਕੋਈ ਕਹਿਣ ਲੱਗੇ ਕਿ ਹਿੰਦੂਆਂ ਦੀ ਕੈਮਿਸਟਰੀ ਅਲੱਗ ਹੈ ਤੇ ਮੁਸਲਮਾਨਾਂ ਦੀ ਕੈਮਿਸਟਰੀ ਅਲੱਗ ਹੈ, ਤਾਂ ਸਮਝ ਲਓ ਕਿ ਇਹਨਾਂ ਦੋਹਾਂ ਨੂੰ ਪਾਗਲਖਾਨੇ 'ਚ ਭਰਤੀ ਕਰਨਾ ਪਵੇ। ਇਸ ਤੋਂ ਇਲਾਵਾ ਕੋਈ ਉਪਾਅ ਨਾ ਰਹੇ, ਕਿਉਂਕਿ ਕੈਮਿਸਟਰੀ ਕਿਵੇਂ ਅਲੱਗ ਹੋ ਸਕਦੀ ਹੈ? ਪਾਣੀ ਚਾਹੇ ਹਿੰਦੂ ਗਰਮ ਕਰੇ, ਚਾਹੇ ਮੁਸਲਮਾਨ, 100 ਡਿਗਰੀ ਉੱਤੇ ਭਾਪ ਬਣਦਾ ਹੈ। ਹੋਰ ਕੋਈ ਉਪਾਅ ਨਹੀਂ ਹੈ ਕਿ ਕੁਰਾਨ ਪੜ੍ਹਨ ਵਾਲਾ ਘੱਟ ਡਿਗਰੀ ਉੱਤੇ ਭਾਪ ਬਣਾ ਦੇਵੇ ਤੇ ਗੀਤਾ ਪੜ੍ਹਨ ਵਾਲਾ ਜ਼ਿਆਦਾ ਡਿਗਰੀ ਉੱਤੇ ਭਾਪ ਬਣਾ ਦੇਵੇ। ਪਾਣੀ 100 ਡਿਗਰੀ ਉੱਤੇ ਭਾਪ ਬਣਦਾ ਹੈ, ਇਹ ਸੱਚ ਹੈ। ਇਹ ਸੱਚ ਸਰਬਲੌਕਿਕ ਹੈ, ਯੂਨੀਵਰਸਲ ਹੈ। ਧਾਰਮਿਕ ਆਦਮੀ ਸਿਰਫ ਧਾਰਮਿਕ ਹੁੰਦਾ ਹੈ, ਜਸਟ ਰਿਲੀਜੀਅਸ। ਨਾ ਹਿੰਦੂ, ਨਾ ਮੁਸਲਮਾਨ, ਨਾ ਈਸਾਈ। ਇਹ ਸਾਰੇ ਅਧਾਰਮਿਕਾਂ ਦੇ ਸਿਰ ਉੱਤੇ ਲੱਗੇ ਹੋਏ ਲੇਬਲ ਹਨ। ਧਰਮ ਕਿਵੇਂ ਹੋ ਸਕਦੇ ਹਨ? 50 ਤਰ੍ਹਾਂ ਦੇ। ਜਦੋਂ ਪਦਾਰਥ ਦਾ ਨਿਯਮ ਇੱਕ ਹੈ ਤਾਂ ਪਰਮਾਤਮਾ ਦਾ ਨਿਯਮ ਕਿਵੇਂ ਅਨੇਕ ਹੋ ਸਕਦਾ ਹੈ? ਉਸ ਫਕੀਰ ਦੇ ਫੇਰ ਉਹ ਪਿੱਛੇ ਪੈ ਗਏ। ਉਹਨੇ ਕਿਹਾ ਠੀਕ ਹੈ, ਤੁਸੀਂ ਕਹਿੰਦੇ ਹੋ ਤਾਂ ਮੈਂ ਚੱਲਾਂਗਾ। ਉਹ ਚਲਾ ਗਿਆ। ਉਹ ਸਟੇਜ ਉੱਤੇ ਖੜਾ ਹੋਇਆ। ਉਸ ਪਿੰਡ ਦੇ ਲੋਕਾਂ ਨੇ ਸੋਚ ਵਿਚਾਰ ਕਰਕੇ ਤੈਅ ਕਰ ਲਿਆ ਸੀ ਕਿ ਉੱਤਰ ਹੁਣ ਦੂਜਾ ਦੇਣਾ ਹੈ। ਫਕੀਰ ਨੇ ਪੁੱਛਿਆ ਕਿ ਮੈਂ ਪੁੱਛ ਲਵਾਂ ਉਹੀ ਗੱਲ ਕਿ ਈਸ਼ਵਰ ਹੈ, ਤੁਸੀਂ ਮੰਨਦੇ ਹੋ, ਜਾਣਦੇ ਹੋ, ਤੁਹਾਨੂੰ ਉਹਦਾ ਅਨੁਭਵ ਹੋ ਗਿਆ ਹੈ? ਸਾਰੇ ਮਸਜਿਦ ਦੇ ਲੋਕ ਕਹਿਣ ਲੱਗੇ ਕਿਹੜਾ ਈਸ਼ਵਰ? ਸਾਨੂੰ ਕੁਝ ਪਤਾ ਨਹੀਂ, ਨਾ ਅਸੀਂ ਮੰਨਦੇ ਹਾਂ, ਨਾ ਅਸੀਂ ਜਾਣਦੇ ਹਾਂ। ਹੁਣ ਤੁਸੀਂ ਦੱਸੋ। ਉਸ ਫਕੀਰ ਨੇ ਕਿਹਾ ਜਿਹਨੂੰ ਤੁਸੀਂ ਮੰਨਦੇ ਹੀ ਨਹੀਂ, ਜਾਣਦੇ ਹੀ ਨਹੀਂ, ਉਹਦੇ ਸੰਬੰਧ ਵਿੱਚ ਗੱਲ ਕਰਨ ਦਾ ਫਾਇਦਾ ਹੀ ਕੀ ਹੈ? ਜਿਸ ਦੀ ਤੁਹਾਨੂੰ ਕੋਈ ਖਬਰ ਹੀ ਨਹੀਂ, ਉਹਦਾ ਤੁਸੀਂ ਪ੍ਰਸ਼ਨ ਹੀ ਕਿਵੇਂ ਕਰਦੇ ਹੋ? ਕਿਸ ਈਸ਼ਵਰ ਦੀ ਗੱਲ ਕਰ ਰਹੇ ਹੋ? ਕਿਸ ਈਸ਼ਵਰ ਦੀ ਮੈਂ ਗੱਲ ਦੱਸਾਂ? ਪਿੰਡ ਦੇ ਲੋਕ ਫਿਰ ਮੁਸੀਬਤ 'ਚ ਫਸ ਗਏ ਕਿ ਤਾਂ ਬੜਾ ਧੋਖੇਬਾਜ਼ ਲੱਗਦਾ। ਪਿਛਲੀ ਵਾਰ ਅਸੀਂ ਹਾਮੀ ਭਰੀ ਤਾਂ ਉਹਨੇ ਕਿਹਾ ਕਿ ਤੁਹਾਨੂੰ ਪਤਾ ਹੀ ਨਹੀਂ, ਪਤਾ ਹੀ ਲੱਗ ਗਿਆ, ਗੱਲ ਖਤਮ। ਤੇ ਹੁਣ ਅਸੀਂ ਇਨਕਾਰ ਕਰਦੇ ਹਾਂ ਤਾਂ ਉਹ ਕਹਿੰਦਾ ਕਿ ਜਿਹਨੂੰ ਤੁਸੀਂ ਜਾਣਦੇ ਨਹੀਂ, ਮੰਨਦੇ ਨਹੀਂ, ਜਿਹਦਾ ਤੁਹਾਨੂੰ ਕੋਈ ਪਤਾ ਨਹੀਂ, ਉਹਦੀ ਗੱਲ ਹੀ ਕਿਉਂ ਕਰਨੀ? ਗੱਲ ਕਰਨ ਲਈ ਵੀ ਕੁਝ ਸ਼ੁਰੂਆਤ ਤਾਂ ਚਾਹੀਦੀ ਹੈ। ਕਿਸ ਦੀ ਮੈਂ ਗੱਲ ਕਰਾਂ? ਕਿਸ ਨਾਲ ਮੈਂ ਗੱਲ ਕਰਾਂ? ਮੈਂ ਜਾਂਦਾ ਹਾਂ। ਪਿੰਡ ਦੇ ਲੋਕਾਂ ਨੇ ਕਿਹਾ ਇਹ ਤਾਂ ਬੜੀ ਮੁਸ਼ਕਿਲ ਹੋ ਗਈ, ਇਹ ਆਦਮੀ ਕਿਹੋ ਜਿਹਾ ਹੈ? ਫਿਰ ਉਹਨਾਂ ਨੇ ਕਿਹਾ ਹੁਣ ਅਸੀਂ ਕੀ ਕਰੀਏ, ਲੇਕਿਨ ਇਸ ਤੋਂ ਸੁਣਨਾ ਜ਼ਰੂਰ ਹੈ। ਇਸ ਆਦਮੀ ਦੀਆਂ ਅੱਖਾਂ ਤੋਂ ਲੱਗਦਾ ਹੈ ਕਿ ਕੁਝ ਜਾਣਦਾ ਹੈ। ਇਸ ਆਦਮੀ ਦੀ ਸ਼ਖਸੀਅਤ ਤੋਂ ਲੱਗਦਾ ਹੈ ਕਿ ਇਹਨੂੰ ਕੁਝ ਖਬਰ ਹੈ। ਸ਼ਾਇਦ ਅਸੀਂ ਠੀਕ ਉੱਤਰ ਨਹੀਂ ਦੇ ਰਹੇ। ਹੁਣ ਅਸੀਂ ਕੀ ਕਰੀਏ? ਉਹਨਾਂ ਨੇ ਤੀਜਾ ਉੱਤਰ ਤਿਆਰ ਕੀਤਾ। ਫਿਰ ਫਕੀਰ ਨੂੰ ਸਮਝਾ ਬੁਝਾ ਕੇ ਲੈ ਆਏ।
ਉਸਨੇ ਕਿਹਾ ਕਿ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ। ਉਹਨਾਂ ਨੇ ਕਿਹਾ ਕਿ ਹੁਣ ਦੂਜਾ ਹੀ ਉੱਤਰ ਹੈ ਸਾਡੇ ਕੋਲ। ਫਕੀਰ ਨੇ ਕਿਹਾ, ਸੋਚੇ ਵਿਚਾਰੇ ਉੱਤਰ ਦਾ ਕੋਈ ਮਤਲਬ ਨਹੀਂ ਹੁੰਦਾ। ਪਾਗਲੋ, ਤੁਸੀਂ ਸੋਚ ਵਿਚਾਰ ਕੇ ਤੈਅ ਕਰਦੇ ਹੋ, ਉਹ ਸਭ ਝੂਠ ਹੁੰਦਾ ਹੈ। ਜੋ ਸੱਚ ਹੁੰਦਾ ਉਹਨੂੰ ਸੋਚ ਵਿਚਾਰ ਕੇ ਤੈਅ ਨਹੀਂ ਕਰਨਾ ਪੈਂਦਾ, ਉਹ ਤੈਅ ਹੁੰਦਾ ਹੈ। ਤੇ ਜਿਹਨੂੰ ਅਸੀਂ ਸੋਚ ਵਿਚਾਰ ਕੇ ਤੈਅ ਕਰਦੇ ਹਾਂ, ਉਹ ਕਦੀ ਸੱਚ ਨਹੀਂ ਹੁੰਦਾ। ਸਿਰਫ ਅਸੱਚ ਲਈ ਸੋਚਣਾ ਪੈਂਦਾ ਹੈ, ਸੱਚ ਲਈ ਸੋਚਣਾ ਨਹੀਂ ਪੈਂਦਾ। ਤੇ ਜੇ ਸੱਚ ਲਈ ਵੀ ਸੋਚਣਾ ਪਵੇ ਤਾਂ ਉਹ ਅਸੱਚ ਹੋਏਗਾ। ਸੱਚ ਨੂੰ ਜਾਣਨਾ ਪੈਂਦਾ ਹੈ, ਸੋਚਣਾ ਨਹੀਂ ਪੈਂਦਾ। ਅਸੱਚ ਨੂੰ ਸੋਚਣਾ ਪੈਂਦਾ ਹੈ। ਇਸ ਲਈ ਅਸੱਚ ਬੋਲਣ ਵਾਲਾ ਸੋਚ ਵਿਚਾਰ ਵਿੱਚ, ਚਿੰਤਾ ਵਿੱਚ, ਪਰੇਸ਼ਾਨੀ ਵਿੱਚ ਪੈ ਜਾਂਦਾ ਹੈ। ਸੱਚ ਬੋਲਣ ਵਾਲੇ ਨੂੰ ਪਰੇਸ਼ਾਨੀ ਨਹੀਂ ਹੁੰਦੀ, ਕਿਉਂਕਿ ਚਿੰਤਾ ਦਾ ਕੋਈ ਕਾਰਨ ਨਹੀਂ ਹੈ। ਜੋ ਹੈ ਉਹ ਹੈ, ਜੋ ਨਹੀਂ ਹੈ ਉਹ ਨਹੀਂ ਹੈ। ਫਿਰ ਵੀ ਉਸ ਪਿੰਡ ਦੇ ਲੋਕ ਨਾ ਮੰਨੇ। ਉਸਨੇ ਕਿਹਾ, ਇੱਕ ਵਾਰ ਹੋਰ ਚਲੇ ਚਲੋ, ਬੜੀ ਕਿਰਪਾ ਹੋਏਗੀ। ਉਹ ਗਿਆ। ਉਹ ਫਕੀਰ ਫਿਰ ਮੰਚ ਉੱਤੇ ਖੜਾ ਹੋ ਗਿਆ। ਉਸਨੇ ਫਿਰ ਪੁੱਛਿਆ ਕਿ ਮਿੱਤਰੋ, ਮੈਂ ਫਿਰ ਉਹ ਗੱਲ ਪੁੱਛ ਲਵਾਂ, ਈਸ਼ਵਰ ਹੈ? ਤੁਸੀਂ ਮੰਨਦੇ ਹੋ, ਜਾਣਦੇ ਹੋ, ਪਛਾਣਦੇ ਹੋ? ਕੁਝ ਖਬਰ ਹੈ ਉਸਦੀ? ਤਾਂ ਮਸਜਿਦ ਦੇ ਲੋਕਾਂ ਨੇ ਤੈਅ ਕੀਤਾ ਸੀ, ਜੇ ਅਸੀਂ ਵੀ ਹੁੰਦੇ, ਅਸੀਂ ਵੀ ਉਸ ਪਿੰਡ 'ਚ ਹੁੰਦੇ, ਜਾਂ ਹੋ ਸਕਦਾ ਸਾਡੇ 'ਚੋਂ ਕੁਝ ਲੋਕ ਉਸ ਪਿੰਡ ਵਿੱਚ ਰਹੇ ਵੀ ਹੋਣ, ਤਾਂ ਅਸੀਂ ਵੀ ਇਹ ਤੈਅ ਕੀਤਾ ਹੁੰਦਾ। ਅੱਧੀ ਮਸਜਿਦ ਦੇ ਲੋਕਾਂ ਨੇ ਕਿਹਾ ਕਿ ਹਾਂ, ਈਸ਼ਵਰ ਨੂੰ ਮੰਨਦੇ ਹਾਂ। ਅੱਧੇ ਲੋਕਾਂ ਨੇ ਕਿਹਾ ਅਸੀਂ ਨਹੀਂ ਮੰਨਦੇ। ਹੁਣ ਤੁਸੀਂ ਦੱਸੋ। ਉਸ ਫਕੀਰ ਨੇ ਕਿਹਾ, ਤੁਸੀਂ ਬੜੇ ਨਾ ਸਮਝੋ। ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਦੱਸ ਦੇਣ, ਜਿਨ੍ਹਾਂ ਨੂੰ ਪਤਾ ਨਹੀਂ, ਮੇਰੀ ਕੀ ਜ਼ਰੂਰਤ ਹੈ? ਤੁਸੀਂ ਮੇਰੇ ਪਿੱਛੇ ਕਿਉਂ ਪਏ ਹੋ? ਤੁਸੀਂ ਮੈਨੂੰ ਪਰੇਸ਼ਾਨ ਕਿਉਂ ਕਰ ਰਹੇ ਹੋ? ਹੁਣ ਤਾਂ ਕੋਈ ਜ਼ਰੂਰਤ ਹੀ ਨਹੀਂ ਹੈ ਮੇਰੀ। ਮੈਂ ਬਿਲਕੁਲ ਬੇਕਾਰ ਆਏ ਥੇ। ਕੁਝ ਜਾਣਦੇ ਹਨ, ਕੁਝ ਨਹੀਂ ਜਾਣਦੇ। ਆਪਸ ਵਿੱਚ ਇੱਕ ਦੂਜੇ ਨੂੰ ਸਮਝਾ ਬੁਝਾ ਲਓ, ਮੈਂ ਚੱਲਿਆ। ਤੇ ਫਕੀਰ ਨੇ ਜਾਂਦੇ ਵਕਤ ਉਹਨਾਂ ਨੂੰ ਕਿਹਾ ਕਿ ਹਿੰਮਤ ਹੋਵੇ ਤਾਂ ਫਿਰ ਚੌਥੀ ਵਾਰੀ ਆਉਣਾ। ਪਿੰਡ ਦੇ ਲੋਕ ਬੜੀ ਮੁਸ਼ਕਿਲ 'ਚ ਪੈ ਗਏ। ਬਹੁਤ ਸੋਚਿਆ, ਲੇਕਿਨ ਚੌਥਾ ਉੱਤਰ ਨਾ ਮਿਲਿਆ। ਕਰਦੇ ਵੀ ਕੀ? ਇੱਕ ਉੱਤਰ ਹਾਂ ਦਾ, ਇੱਕ ਨਾ ਦਾ, ਫਿਰ ਦੋਵੇਂ ਉੱਤਰ ਮਿਲਾ ਕੇ ਦੇ ਦਿੱਤੇ। ਤੇ ਨਾ ਤੇ ਹੁਣ ਕੀ ਕਰਦੇ? ਇਹ ਤਿੰਨ ਤਾਂ ਬਦਲ ਹੀ ਦਿਖਾਈ ਦਿੰਦੇ ਹਨ। ਕੋਈ ਚੌਥਾ ਆਲਟਰਨੇਟਿਵ ਵੀ ਤਾਂ ਨਹੀਂ ਹੈ। ਬਹੁਤ ਪਰੇਸ਼ਾਨ ਹੋਏ। ਫਕੀਰ ਕਈ ਦਿਨ ਰੁਕਿਆ ਰਿਹਾ ਤੇ ਪਿੰਡ ਵਿੱਚ ਘੁੰਮ ਘੁੰਮ ਕੇ ਲੋਕਾਂ ਨੂੰ ਕਹਿੰਦਾ ਰਿਹਾ, ਕਿਉਂ ਉਹ ਨਹੀਂ ਆਉਂਦੇ? ਲੇਕਿਨ ਪਿੰਡ ਦੇ ਲੋਕ ਕੁਝ ਵੀ ਨਾ ਸੋਚ ਸਕੇ ਕਿ ਹੁਣ ਉਹ ਕੀ ਕਰਨ। ਆਖਰ ਉਸ ਫਕੀਰ ਨੂੰ ਉਹ ਪਿੰਡ ਛੱਡ ਦੇਣਾ ਪਿਆ। ਕਿਸੇ ਦੂਜੇ ਆਦਮੀ ਨੇ ਦੂਜੇ ਪਿੰਡ ਵਿੱਚੋਂ ਤੋਂ ਪੁੱਛਿਆ ਕਿ ਅਸੀਂ ਸੁਣਿਆ ਹੈ ਕਿ ਉਸ ਪਿੰਡ ਦੇ ਲੋਕ ਫੇਰ ਨਹੀਂ ਆਏ। ਜੇ ਉਹ ਆਉਂਦੇ ਤਾਂ ਤੁਸੀਂ ਸਮਝਾਉਂਦੇ ਫਿਰ ਈਸ਼ਵਰ ਬਾਰੇ। ਉਹਨੇ ਕਿਹਾ, ਫਿਰ ਮੈਨੂੰ ਸਮਝਾਉਣਾ ਹੀ ਪੈਂਦਾ। ਉਸ ਆਦਮੀ ਨੇ ਕਿਹਾ, ਤਾਂ ਤੁਸੀਂ 3 ਵਾਰ 'ਚ ਕਿਉਂ ਨਹੀਂ ਸਮਝਾਇਆ? ਉਹਨੇ ਕਿਹਾ, ਮੈਂ ਠੀਕ ਉੱਤਰ ਦੀ ਉਡੀਕ ਕਰਦਾ ਰਿਹਾ। ਕੀ ਠੀਕ ਉੱਤਰ ਹੋ ਸਕਦਾ? ਤਾਂ ਉਸ ਫਕੀਰ ਨੇ ਕਿਹਾ, ਜੇ ਉਸ ਪਿੰਡ ਦੇ ਲੋਕ ਚੁੱਪ ਕਰ ਜਾਂਦੇ ਤੇ ਕੋਈ ਜਵਾਬ ਨਾ ਦਿੰਦੇ ਤਾਂ ਹੀ ਮੈਂ ਕੁਝ ਬੋਲ ਸਕਦਾ ਸੀ, ਕਿਉਂਕਿ ਤਦ ਉਹ ਇਮਾਨਦਾਰ ਹੁੰਦੇ, ਓਨੈਸਟ ਹੁੰਦੇ। ਕਿਉਂਕਿ ਈਸ਼ਵਰ ਦੇ ਸੰਬੰਧ ਵਿੱਚ ਨਾ ਤਾਂ ਸਾਨੂੰ ਪਤਾ ਹੈ ਕਿ ਉਹ ਹੈ, ਨਾ ਸਾਨੂੰ ਪਤਾ ਹੈ ਕਿ ਉਹ ਨਹੀਂ ਹੈ। ਅਸੀਂ ਬੇਈਮਾਨ ਹਾਂ ਜੇ ਅਸੀਂ ਕੋਈ ਵੀ ਉੱਤਰ ਦੇ ਰਹੇ ਹਾਂ। ਲੇਕਿਨ ਇਹ ਬੇਈਮਾਨੀ ਧਾਰਮਿਕ ਕਿਸਮ ਦੀ ਹੈ, ਤੇ ਜਦੋਂ ਬੇਈਮਾਨੀ ਧਾਰਮਿਕ ਕਿਸਮ ਦੀ ਹੁੰਦੀ ਹੈ ਤੇ ਪਛਾਣਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਅਧਾਰਮਿਕ ਬੇਈਮਾਨ ਆਦਮੀ ਤਾਂ ਫੜਿਆ ਜਾਂਦਾ ਹੈ। ਧਾਰਮਿਕ ਤੇ ਬੇਈਮਾਨ ਆਦਮੀ ਨੂੰ ਫੜਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਉਹਦੀ ਬੇਈਮਾਨੀ ਦੇ ਚਾਰੇ ਪਾਸੇ ਧਾਰਮਿਕਤਾ ਦੀ ਪਰਤ ਚੜਾਈ ਹੁੰਦੀ ਹੈ। ਸਾਡਾ ਉੱਤਰ ਕੀ ਹੈ? ਜੇ ਅਸੀਂ ਸੱਚਮੁੱਚ ਇਮਾਨਦਾਰ ਹਾਂ, ਓਨੈਸਟ ਹਾਂ, ਤਾਂ ਅਸੀਂ ਕਹਾਂਗੇ ਕੋਈ ਵੀ ਉੱਤਰ ਸਾਡੇ ਕੋਲ ਨਹੀਂ, ਸਾਨੂੰ ਕੁਝ ਵੀ ਪਤਾ ਨਹੀਂ। ਅਸੀਂ ਇੰਨਾ ਵੀ ਤਾਂ ਨਹੀਂ ਕਹਿ ਸਕਦੇ ਕਿ ਉਹ ਹੈ, ਅਸੀਂ ਇੰਨਾ ਵੀ ਨਹੀਂ ਕਹਿ ਸਕਦੇ ਕਿ ਉਹ ਨਹੀਂ ਹੈ। ਤੇ ਜੋ ਵਿਅਕਤੀ ਇੰਨੀ ਸੱਚਾਈ ਉੱਤੇ ਖੜਾ ਹੋ ਜਾਏ ਕਿ ਮੈਨੂੰ ਕੁਝ ਵੀ ਪਤਾ ਨਹੀਂ, ਉਸ ਵਿਅਕਤੀ ਦੀ ਸੱਚੀ ਆਸਤਿਕਤਾ ਦੀ ਯਾਤਰਾ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਜੇ ਸਾਨੂੰ ਇਹ ਅਨੁਭਵ ਹੋ ਜਾਏ ਕਿ ਮੈਨੂੰ ਕੁਝ ਵੀ ਪਤਾ ਨਹੀਂ, ਤਾਂ ਅਸੀਂ ਇੰਨੀ ਪੀੜਾ ਵਿੱਚ, ਇੰਨੀ ਸਫਰਿੰਗ ਵਿੱਚ, ਇੰਨੇ ਕਸ਼ਟ 'ਚ ਪੈ ਜਾਵਾਂਗੇ ਕਿ ਉਹ ਪੀੜਾ, ਉਹ ਕਸ਼ਟ, ਉਹ ਅਗਿਆਨ ਸਾਨੂੰ ਧੱਕੇ ਦੇਵੇਗਾ ਕਿ ਅਸੀਂ ਖੋਜ ਤੇ ਨਿਕਲੀਏ, ਅਸੀਂ ਜਾਈਏ ਤੇ ਪਤਾ ਲਾਈਏ। ਲੇਕਿਨ ਅਸੀਂ ਬੜੇ ਅਜੀਬ ਲੋਕ ਹਾਂ। ਸਾਨੂੰ ਪਤਾ ਕੁਝ ਵੀ ਨਹੀਂ ਤੇ ਅਸੀਂ ਮੰਨ ਕੇ ਬੈਠ ਗਏ ਹਾਂ ਕਿ ਪਤਾ ਹੈ, ਇਸ ਲਈ ਯਾਤਰਾ ਵੀ ਨਹੀਂ ਕਰਦੇ। ਹੁਣ ਕੋਈ ਬਿਮਾਰ ਆਦਮੀ ਸਮਝ ਲਵੇ ਕਿ ਮੈਂ ਸਿਹਤਮੰਦ ਹਾਂ, ਤਾਂ ਫਿਰ ਉਹ ਇਲਾਜ ਦਾ ਕੀ ਫਿਕਰ ਕਰੇ?
ਇਲਾਜ ਦਾ ਫਿਕਰ ਤਾਂ ਇਸ ਗੱਲ ਤੋਂ ਸ਼ੁਰੂ ਹੁੰਦਾ ਹੈ ਕਿ ਗਿਆਨ ਹੋਵੇ ਕਿ ਮੈਂ ਬਿਮਾਰ ਹਾਂ ਤੇ ਅਸੀਂ ਸਿਹਤ ਵੱਲ ਵੀ ਜਾ ਸਕਦੇ ਹਾਂ। ਪ੍ਰਿਥਵੀ ਉੱਪਰ ਝੂਠੀ ਆਸਤਿਕਤਾ ਹੈ ਤੇ ਇਸ ਲਈ ਧਾਰਮਿਕ ਜੀਵਨ ਨਿਰਮਤ ਨਹੀਂ ਹੋ ਰਿਹਾ। ਤੇ ਝੂਠੀ ਆਸਤਿਕਤਾ ਦਾ ਆਧਾਰ ਹੈ ਵਿਸ਼ਵਾਸ, ਬਿਲੀਵ। ਤੇ ਸਾਰੀ ਦੁਨੀਆ 'ਚ ਇਹੋ ਸਮਝਾਇਆ ਜਾਂਦਾ ਹੈ ਕਿ ਵਿਸ਼ਵਾਸ ਕਰੋ, ਯਕੀਨ ਕਰੋ, ਸ਼ਰਧਾ ਰੱਖੋ, ਮੰਨੋ, ਪੁੱਛੋ ਕੁਛ ਨਾ, ਸੰਦੇਹ ਨਾ ਕਰੋ, ਸ਼ੱਕ ਨਾ ਕਰੋ, ਬੇਵਸਾਈ ਨਾ ਕਰੋ। ਬੜੀ ਪੁੱਠੀ ਗੱਲ ਸਿਖਾਈ ਜਾ ਰਹੀ ਹੈ। ਜੋ ਆਦਮੀ ਵਿਸ਼ਵਾਸ 'ਚ ਜੀਏਗਾ ਉਹ ਕਦੀ ਵੀ ਅਨੁਭਵ ਤੱਕ ਨਹੀਂ ਪਹੁੰਚਦਾ। ਅਨੁਭਵ ਤੱਕ ਸਿਰਫ ਉਹੀ ਲੋਕ ਪਹੁੰਚਦੇ ਹੈ ਜੋ ਝੂਠੇ ਵਿਸ਼ਵਾਸਾਂ 'ਚ ਨਹੀਂ ਜਿਉਂਦੇ, ਝੂਠੀਆਂ ਬੇਵਸਾਈਆਂ 'ਚ ਨਹੀਂ ਜਿਉਂਦੇ। ਬੇਵਸਾਈ, ਡਿਸਬਿਲੀਫ ਵੀ ਇੱਕ ਤਰ੍ਹਾਂ ਦਾ ਵਿਸ਼ਵਾਸ ਹੈ, ਵਿਰੋਧੀ ਵਿਸ਼ਵਾਸ ਹੈ, ਨੈਗੇਟਿਵ ਬਿਲੀਫ ਹੈ। ਇਮਾਨਦਾਰ ਆਦਮੀ ਚੁੱਪ ਖੜਾ ਹੋ ਜਾਂਦਾ ਹੈ ਕਿ ਮੈਨੂੰ ਨਹੀਂ ਪਤਾ। D.H. ਲਾਰੈਂਸ ਇੱਕ ਬਗੀਚੇ 'ਚ ਘੁੰਮ ਰਿਹਾ ਸੀ। ਇੱਕ ਅਜੀਬ ਆਦਮੀ ਸੀ, ਇੱਕ ਛੋਟਾ ਬੱਚਾ ਉਹਦੇ ਨਾਲ ਘੁੰਮ ਰਿਹਾ ਹੈ ਤੇ ਉਹ ਲਾਰੈਂਸ ਨੂੰ ਪੁੱਛਦਾ ਹੈ, ਜਿਵੇਂ ਕਿ ਅਕਸਰ ਛੋਟੇ ਬੱਚੇ ਸਵਾਲ ਕਰਦੇ ਹਨ ਜਿਨ੍ਹਾਂ ਦਾ ਬੁੱਢੇ ਵੀ ਉੱਤਰ ਨਹੀਂ ਦੇ ਸਕਦੇ। ਲੇਕਿਨ ਇਹਨੇ ਹਿੰਮਤਵਰ ਬੁੱਢੇ ਘੱਟ ਹੁੰਦੇ ਹਨ ਜੋ ਮੰਨ ਲੈਣ ਬੱਚਿਆਂ ਦੇ ਸਾਹਮਣੇ ਇਸ ਗੱਲ ਨੂੰ ਕਿ ਮੈਨੂੰ ਉੱਤਰ ਪਤਾ ਨਹੀਂ। ਇਸੇ ਤਰ੍ਹਾਂ ਦੇ ਕਮਜ਼ੋਰ ਬੁੱਢਿਆਂ ਨੇ ਦੁਨੀਆ ਨੂੰ ਪਰੇਸ਼ਾਨੀ 'ਚ ਪਾ ਰੱਖਿਆ। ਬੱਚੇ ਨੇ ਪ੍ਰਸ਼ਨ ਪੁੱਛ ਲਿਆ, ਬੜਾ ਸਿੱਧਾ ਜਿਹਾ, ਦਰਖਤਾਂ ਨੂੰ ਦੇਖਿਆ ਤੇ ਹੱਥ ਕਰਕੇ ਪੁੱਛਿਆ, ਵਾਈ ਦ ਟਰੀਜ਼ ਆਰ ਗ੍ਰੀਨ? ਦਰਖਤ ਹਰੇ ਕਿਉਂ ਹਨ? ਲਾਰੈਂਸ ਨੇ ਕਿਹਾ, ਦ ਟਰੀਜ਼ ਆਰ ਗ੍ਰੀਨ ਬਿਕਾਜ਼ ਦੇ ਆਰ ਗ੍ਰੀਨ। ਦਰਖਤ ਹਰੇ ਹਨ ਕਿਉਂਕਿ ਦਰਖਤ ਹਰੇ ਹਨ। ਉਸ ਬੱਚੇ ਨੇ ਕਿਹਾ, ਇਹ ਵੀ ਕੋਈ ਉੱਤਰ ਹੋਇਆ? ਇਹ ਕੋਈ ਉੱਤਰ ਹੈ? ਅਸੀਂ ਪੁੱਛਦੇ ਹਾਂ ਕਿ ਦਰਖਤ ਹਰੇ ਕਿਉਂ ਹਨ ਤੇ ਤੁਸੀਂ ਕਹਿੰਦੇ ਹੋ ਕਿ ਹਰੇ ਹਨ ਕਿਉਂਕਿ ਹਰੇ ਹਨ। ਇਹ ਕੋਈ ਉੱਤਰ ਨਾ ਹੋਇਆ। ਲਾਰੈਂਸ ਨੇ ਕਿਹਾ ਕਿ ਉੱਤਰ ਦਾ ਮਤਲਬ ਸਿਰਫ ਇੰਨਾ ਹੈ ਕਿ ਮੈਨੂੰ ਪਤਾ ਨਹੀਂ ਤੇ ਮੈਂ ਝੂਠ ਨਹੀਂ ਬੋਲ ਸਕਦਾ। ਇਸ ਆਦਮੀ ਦਾ ਭਾਵ ਦੇਖਦੇ ਹਾਂ। ਉਹ ਕਹਿੰਦਾ ਮੈਨੂੰ ਪਤਾ ਨਹੀਂ। ਇਹ ਧਾਰਮਿਕ ਆਦਮੀ ਦਾ ਪਹਿਲਾ ਲੱਛਣ ਹੈ ਕਿ ਉਹ ਸਾਫ਼ ਹੋਏਗਾ ਇਸ ਗੱਲ ਵਿੱਚ ਕਿ ਮੈਨੂੰ ਕੀ ਪਤਾ ਹੈ, ਕੀ ਪਤਾ ਨਹੀਂ। ਕੀ ਤੁਸੀਂ ਸਾਫ਼ ਹੋ? ਕੀ ਤੁਸੀਂ ਕਦੀ ਲੇਖਾ ਜੋਖਾ ਕੀਤਾ ਹੈ ਕਿ ਮੈਨੂੰ ਕੀ ਪਤਾ ਹੈ ਤੇ ਕੀ ਪਤਾ ਨਹੀਂ? ਤੁਸੀਂ ਬਹੁਤ ਹੈਰਾਨ ਹੋ ਜਾਓਗੇ। ਸ਼ਾਇਦ ਹੀ ਜੀਵਨ ਦਾ ਕੋਈ ਪਰਮ ਸੱਚ ਪਤਾ ਹੋਵੇ, ਲੇਕਿਨ ਜਿਨ੍ਹਾਂ ਗੱਲਾਂ ਦਾ ਸਾਨੂੰ ਬਿਲਕੁਲ ਪਤਾ ਨਹੀਂ, ਅਸੀਂ ਬੜੇ ਜ਼ੋਰ ਨਾਲ ਮੇਜ਼ ਠੋਕ ਠੋਕ ਕੇ ਕਹਿੰਦੇ ਹਾਂ ਕਿ ਸਾਨੂੰ ਪੱਕਾ ਪਤਾ ਹੈ। ਨਾ ਸਿਰਫ ਮੇਜ਼ ਠੋਕਦੇ ਹਾਂ, ਇੱਕ ਦੂਜੇ ਦੇ ਸੀਨੇ 'ਚ ਛੁਰਾ ਖੋਪਦੇ ਹਾਂ ਕਿ ਮੈਨੂੰ ਜੋ ਪਤਾ ਹੈ ਉਹ ਜ਼ਿਆਦਾ ਠੀਕ ਹੈ, ਤੁਹਾਨੂੰ ਜੋ ਪਤਾ ਹੈ ਉਹ ਗਲਤ ਹੈ। ਹੈਰਾਨੀ ਹੈ ਜਿਨ੍ਹਾਂ ਸੱਚਾਈਆਂ ਬਾਰੇ ਸਾਨੂੰ ਕੋਈ ਸੋਝੀ ਨਹੀਂ, ਉਹਨਾਂ ਦੇ ਸੰਬੰਧ ਵਿੱਚ ਕਿੰਨੇ ਫੈਨੇਟਿਕ, ਕਿੰਨੇ ਪਾਗਲ, ਕਿੰਨੇ ਹਮਲਾਵਰ, ਕਿੰਨੇ ਅਗਰੈਸਰ ਆ। ਸਮਝ ਤੋਂ ਬਾਹਰ ਹੈ ਇਹ ਗੱਲ। ਲੇਕਿਨ ਇਸੇ ਗੱਲ ਨਾਲ ਸਾਡੀ ਇਹ ਸਥਿਤੀ ਬਣੀ ਹੈ। ਇਸ ਸਥਿਤੀ ਨੂੰ ਤੋੜਨਾ ਜ਼ਰੂਰੀ ਹੈ। ਤਾਂ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਾਂਗਾ, ਕਦੀ ਇਕਾਂਤ ਪਲਾਂ 'ਚ ਇਹ ਸੋਚਣਾ ਕਿ ਧਰਮ ਦੇ ਸੰਬੰਧ 'ਚ ਮੈਨੂੰ ਕੀ ਪਤਾ ਹੈ। ਨਿਸ਼ਚਿਤ ਹੀ ਗੀਤਾ ਦੇ ਸੂਤਰ ਤੁਹਾਨੂੰ ਯਾਦ ਹੋਣਗੇ, ਕੁਰਾਨ ਦੀਆਂ ਆਇਤਾਂ ਵੀ ਯਾਦ ਹੋ ਸਕਦੀਆਂ ਹਨ, ਬਾਈਬਲ ਦੇ ਵਚਨ ਵੀ ਕੰਠ ਹੋ ਸਕਦੇ ਹਨ, ਲੇਕਿਨ ਧਿਆਨ ਰੱਖਣਾ ਉਹ ਤੁਹਾਡਾ ਗਿਆਨ ਨਹੀਂ ਹੈ। ਗੀਤਾ 'ਚ ਜੋ ਹੈ ਉਹ ਕਿਸ਼ਨ ਦਾ ਗਿਆਨ ਰਿਹਾ ਹੈ। ਤੁਸੀਂ ਉਹਨੂੰ ਪੜ੍ਹ ਕੇ ਆਪਣਾ ਗਿਆਨ ਨਹੀਂ ਬਣਾ ਸਕਦੇ। ਬਾਰੋਡ, ਉਧਾਰ ਲਿਆ ਹੋਇਆ ਗਿਆਨ ਅਗਿਆਨ ਤੋਂ ਬੱਤਰ ਹੈ, ਕਿਉਂਕਿ ਅਗਿਆਨ ਘੱਟੋ ਘੱਟ ਆਪਣਾ ਤਾਂ ਹੁੰਦਾ ਹੈ। ਇਹਨਾਂ ਤਾਂ ਹੈ ਕਿ ਮੇਰਾ ਹੈ, ਘੱਟੋ ਘੱਟ ਪ੍ਰਮਾਣਿਕ ਅਥੈਂਟਿਕ ਤਾਂ ਹੁੰਦਾ ਹੈ ਕਿ ਮੇਰਾ। ਗਿਆਨ ਉਧਾਰ ਹੈ ਸਭ ਤੇ ਅਗਿਆਨ ਸਾਡਾ ਹੈ। ਧਿਆਨ ਰਹੇ, ਮੇਰੇ ਗਿਆਨ ਨੂੰ ਮੈਂ ਸਾਰੀ ਦੁਨੀਆ ਦੇ ਗਿਆਨ ਨੂੰ ਵੀ ਇਕੱਠਾ ਕਰ ਲਵਾਂ ਤਾਂ ਵੀ ਨਹੀਂ ਮਿਟਾ ਸਕਦਾ, ਕਿਉਂਕਿ ਅਗਿਆਨ ਮੇਰਾ ਹੈ ਤੇ ਗਿਆਨ ਦੂਸਰੇ ਦਾ ਹੈ। ਦੂਸਰੇ ਦਾ ਗਿਆਨ ਮੇਰੇ ਅਗਿਆਨ ਨੂੰ ਮਿਟਾ ਨਹੀਂ ਸਕਦਾ। ਕਿਵੇਂ ਮਿਟਾ ਸਕਦਾ ਹੈ? ਦੋਵੇਂ ਕਿਤੇ ਕੱਟਦੇ ਹੀ ਨਹੀਂ, ਦੋਵੇਂ ਕਿਤੇ ਵੀ ਇੱਕ ਦੂਜੇ ਨੂੰ ਛੂੰਹਦੇ ਵੀ ਨਹੀਂ। ਦੂਸਰੇ ਦਾ ਗਿਆਨ ਅਗਿਆਨ ਤੋਂ ਵੀ ਖਤਰਨਾਕ ਹੋ ਸਕਦਾ ਹੈ। ਮੈਂ ਸੁਣਿਆ ਇੱਕ ਅੰਨਾ ਆਦਮੀ ਆਪਣੇ ਇੱਕ ਮਿੱਤਰ ਦੇ ਘਰ ਮਹਿਮਾਨ ਹੈ। ਰਾਤ ਬਹੁਤ ਸਾਰੇ ਭੋਜਨ ਬਣੇ ਹਨ, ਖੀਰ ਬਣੀ ਹੈ। ਉਸ ਅੰਨੇ ਆਦਮੀ ਨੇ ਆਪਣੇ ਮਿੱਤਰਾਂ ਨੂੰ ਪੁੱਛਿਆ, ਇਹ ਖੀਰ ਕੀ ਹੈ? ਇਹ ਕਿਸ ਚੀਜ਼ ਨੂੰ ਤੁਸੀਂ ਖੀਰ ਕਹਿੰਦੇ ਹੋ? ਇਹ ਕਿਹੋ ਜਿਹੀ ਹੈ? ਕਿਸ ਤੋਂ ਬਣੀ ਹੈ? ਮੈਨੂੰ ਕੁਝ ਸਮਝਾਓ, ਮੈਨੂੰ ਬਹੁਤ ਪਸੰਦ ਆਈ। ਮਿੱਤਰ ਸਮਝਦਾਰ ਰਹੇ ਹੋਣਗੇ। ਦੁਨੀਆ 'ਚ ਨਾ ਸਮਝ ਆਦਮੀ ਤਾਂ ਮੁਸ਼ਕਿਲ ਨਾਲ ਹੀ ਮਿਲਦਾ ਹੈ। ਸਾਰੇ ਸਮਝਦਾਰ ਹੈ, ਉਹ ਵੀ ਸਮਝਦਾਰ ਸਨ। ਉਹਨਾਂ ਨੇ ਉਸ ਅੰਨੇ ਆਦਮੀ ਨੂੰ ਦੱਸਿਆ ਕਿ ਖੀਰ ਦੁੱਧ ਤੋਂ ਬਣੀ ਹੈ। ਉਸ ਅੰਨੇ ਆਦਮੀ ਨੇ ਕਿਹਾ ਕਿ ਇਹ ਦੁੱਧ ਕੀ ਹੈ, ਕਿਹੋ ਜਿਹਾ ਹੁੰਦਾ ਹੈ,
ਕੀ ਰੰਗ ਹੈ, ਕੀ ਰੂਪ ਹੈ। ਉਹਨਾਂ ਸਮਝਦਾਰਾਂ ਨੇ ਕਿਹਾ ਕਿ ਦੁੱਧ ਬਿਲਕੁਲ ਦੂਧੀਆ ਸਫੈਦ ਹੁੰਦਾ ਹੈ। ਉਸ ਅੰਨੇ ਆਦਮੀ ਨੇ ਕਿਹਾ ਕਿ ਮੈਨੂੰ ਮੁਸ਼ਕਿਲ 'ਚ ਕਿਉਂ ਪਾਉਂਦੇ ਹੋ? ਮੇਰਾ ਪਹਿਲਾ ਪ੍ਰਸ਼ਨ ਉੱਥੇ ਦਾ ਉੱਥੇ ਖੜਾ ਰਹਿੰਦਾ ਹੈ। ਤੁਸੀਂ ਜੋ ਜਵਾਬ ਦਿੰਦੇ ਹੋ ਉਸ ਤੋਂ ਹੋਰ ਨਵੇਂ ਪ੍ਰਸ਼ਨ ਖੜੇ ਹੋ ਜਾਂਦੇ ਹਨ। ਇਹ ਸਫੈਦੀ ਕੀ ਬਲਾ ਹੈ? ਇਹ ਸਫੈਦੀ ਕੀ ਹੈ? ਇਹ ਸਫੈਦੀ ਕਿਹੋ ਜਿਹੀ ਹੁੰਦੀ ਹੈ? ਇਹ ਦੂਧੀਆ ਕਿਸ ਨੂੰ ਕਹਿੰਦੇ ਹੋ ਤੁਸੀਂ? ਸਮਝਦਾਰ ਕੋਈ ਘੱਟ ਸਮਝਦਾਰ ਨਹੀਂ ਸਨ। ਇੱਕ ਸਮਝਦਾਰ ਅੱਗੇ ਹੋਇਆ ਤੇ ਉਹਨੇ ਕਿਹਾ, ਕਦੀ ਬਗਲਾ ਦੇਖਿਆ? ਨਦੀ ਦੇ ਕੰਢੇ, ਤਲਾਅ ਦੇ ਕਿਨਾਰੇ, ਝੀਲ ਦੇ ਕੋਲ ਸਫੇਦ ਬਗਲਾ, ਠੀਕ ਬਗਲੇ ਦੇ ਖੰਭਾਂ ਵਰਗਾ ਹੁੰਦਾ ਹੈ ਦੁੱਧ। ਉਸ ਅੰਨੇ ਆਦਮੀ ਨੇ ਕਿਹਾ, ਤੁਸੀਂ ਬੁਝਾਰਤਾਂ 'ਚ ਮੈਨੂੰ ਉਲਝਾ ਰਹੇ ਹੋ। ਇਹ ਬਗਲਾ ਕੀ ਬਲਾ ਹੈ? ਤੇ ਮੇਰੇ ਪਹਿਲੇ ਪ੍ਰਸ਼ਨ ਦਾ ਹੁਣ ਕਿੰਨੇ ਦੂਰ ਛੁੱਟ ਗਏ। ਤੁਹਾਡੇ ਜਵਾਬ ਮੈਨੂੰ ਬਹੁਤ ਅੱਗੇ ਲੈ ਆਏ ਹਨ, ਲੇਕਿਨ ਹਰ ਗੱਲ ਉੱਥੇ ਦੀ ਉੱਥੇ ਅਟਕੀ ਹੋਈ ਹੈ। ਇਹ ਬਗਲਾ ਕੀ ਹੁੰਦਾ ਹੈ, ਕਿਹੋ ਜਿਹਾ ਹੁੰਦਾ? ਕੁਛ ਮੈਨੂੰ ਇਸ ਤਰ੍ਹਾਂ ਸਮਝਾਓ ਕਿ ਮੈਂ ਸਮਝ ਸਕਾਂ। ਇੱਕ ਸਮਝਦਾਰ ਆਦਮੀ ਨੇ ਆਪਣਾ ਹੱਥ ਅੱਗੇ ਕੀਤਾ। ਉਸ ਅੰਨੇ ਆਦਮੀ ਨੂੰ ਕਿਹਾ, ਮੇਰੇ ਹੱਥ ਉੱਤੇ ਹੱਥ ਫੇਰੋ। ਅੰਨੇ ਆਦਮੀ ਨੇ ਹੱਥ ਉੱਤੇ ਹੱਥ ਫੇਰਿਆ। ਇਹ ਕੁਝ ਸਮਝ 'ਚ ਆਉਣ ਵਾਲੀ ਗੱਲ ਸੀ, ਕਿਉਂਕਿ ਅੰਨੇ ਨੂੰ ਛੂ ਅਨੁਭਵ ਹੋਏ। ਉਸ ਸਮਝਦਾਰ ਆਦਮੀ ਨੇ ਕਿਹਾ ਕਿ ਜਿਵੇਂ ਮੇਰੇ ਹੱਥ ਤੈਨੂੰ ਸੁਡੌਲ ਲੱਗਦੇ ਹਨ, ਇਵੇਂ ਬਗਲੇ ਦੀ ਗਰਦਨ ਸੁਡੌਲ ਹੁੰਦੀ ਹੈ। ਉਹ ਅੰਨਾ ਆਦਮੀ ਖੜਾ ਹੋ ਕੇ ਨੱਚਣ ਲੱਗਾ। ਉਹਨੇ ਕਿਹਾ, ਮੈਂ ਸਮਝ ਗਿਆ ਕਿ ਦੁੱਧ ਸੁਡੌਲ ਹੱਥ ਵਰਗਾ ਹੁੰਦਾ ਹੈ। ਮੈਂ ਬਿਲਕੁਲ ਸਮਝ ਗਿਆ। ਉਹ ਸਾਰੇ ਮਿੱਤਰ ਕਹਿਣ ਲੱਗੇ, ਮਾਫ਼ ਕਰੋ, ਮਾਫ਼ ਕਰੋ। ਇਸ ਤੋਂ ਤਾਂ ਚੰਗਾ ਸੀ ਤੁਸੀਂ ਨਾ ਜਾਣਦੇ। ਇਹ ਜਾਣਨਾ ਤਾਂ ਫਿਰ ਮੁਸ਼ਕਿਲ 'ਚ ਪਾ ਦੇਗਾ। ਨਹੀਂ, ਦੁੱਧ ਸੁਡੌਲ ਹੱਥ ਦੀ ਤਰ੍ਹਾਂ ਨਹੀਂ ਹੁੰਦਾ। ਉਸ ਅੰਨੇ ਆਦਮੀ ਨੇ ਕਿਹਾ, ਮੈਨੂੰ ਕਿਉਂ ਮੁਸ਼ਕਿਲ 'ਚ ਪਾਉਂਦੇ ਹੋ? ਤੁਸੀਂ ਹੀ ਤਾਂ ਮੈਨੂੰ ਸਮਝਾਇਆ। ਅਸਲ ਗੱਲ ਇਹ ਹੈ ਕਿ ਅੰਨੇ ਆਦਮੀ ਨੂੰ ਸਫੈਦ ਰੰਗ ਦੇ ਸੰਬੰਧ 'ਚ ਕੁਝ ਵੀ ਨਹੀਂ ਸਮਝਾਇਆ ਜਾ ਸਕਦਾ, ਤੇ ਜੋ ਸਮਝਾਉਣ ਜਾਂਦਾ ਹੈ ਉਹ ਨਿਰਾ ਨਾ ਸਮਝ ਹੈ। ਅੰਨੇ ਆਦਮੀ ਦੀ ਅੱਖ ਦਾ ਇਲਾਜ ਹੋ ਸਕਦਾ ਹੈ, ਸਫੇਦ ਰੰਗ ਨਹੀਂ ਦੱਸਿਆ ਜਾ ਸਕਦਾ। ਅੱਖ ਦਾ ਇਲਾਜ ਹੋ ਜਾਏ ਤਾਂ ਸਫੇਦ ਰੰਗ ਦਿਖਾਈ ਪੈ ਸਕਦਾ ਹੈ, ਤੇ ਕੋਈ ਹੋਰ ਉਪਾਅ ਨਹੀਂ ਹੈ। ਅਸੀਂ ਸਾਰੇ ਜਿੱਥੋਂ ਤੱਕ ਸੱਚ ਦਾ ਸੰਬੰਧ ਹੈ ਅੰਨੇ ਹਾਂ। ਸਾਨੂੰ ਕੁਝ ਪਤਾ ਨਹੀਂ ਹੈ। ਅਸੀਂ ਸਾਰਿਆਂ ਨੇ ਕਿਤਾਬਾਂ 'ਚੋਂ ਕੁਝ ਸਮਝ ਲਿਆ ਹੈ। ਉਸੇ ਅੰਨੇ ਆਦਮੀ ਦੇ ਹੱਥ ਦੀ ਤਰ੍ਹਾਂ, ਉਸੇ ਅੰਨੇ ਆਦਮੀ ਦੀ ਧਾਰਨਾ ਦੀ ਤਰ੍ਹਾਂ ਅਸੀਂ ਉਹਨੂੰ ਫੜ ਕੇ ਬੈਠੇ ਹੋਏ ਹਾਂ। ਅਸੀਂ ਸਾਰੀ ਜ਼ਿੰਦਗੀ ਫੜ ਕੇ ਬੈਠੇ ਰਹੀਏ, ਉਸ ਨਾਲ ਕਿਤੇ ਨਹੀਂ ਪਹੁੰਚਾਂਗੇ। ਪਹਿਲੀ ਗੱਲ ਜਾਣਨੀ ਜ਼ਰੂਰੀ ਹੈ ਕਿ ਅਸੀਂ ਅੰਨੇ ਹਾਂ। ਦੂਜੀ ਗੱਲ ਜਾਣਨੀ ਜ਼ਰੂਰੀ ਹੈ ਕਿ ਸਾਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ। ਜਿੱਥੋਂ ਤੱਕ ਈਸ਼ਵਰ ਦਾ ਸੱਚ ਦਾ ਸੰਬੰਧ ਹੈ, ਸਾਨੂੰ ਕੁਝ ਵੀ ਪਤਾ ਨਹੀਂ ਹੈ, ਕੁਝ ਵੀ ਦਿਖਾਈ ਨਹੀਂ ਦਿੰਦਾ। ਇਹ ਪਹਿਲੀ ਸੱਚਾਈ ਹੋਏਗੀ ਜਿਹਨੂੰ ਅਸੀਂ ਸਵੀਕਾਰ ਕਰ ਲਈਏ ਤਾਂ ਫਿਰ ਅੱਗੇ ਵਧਿਆ ਜਾ ਸਕਦਾ ਹੈ। ਤਦ ਅਸੀਂ ਪੁੱਛ ਸਕਦੇ ਹਾਂ ਕਿ ਇਹ ਅੱਖ ਕਿਵੇਂ ਠੀਕ ਹੋਵੇ ਕਿ ਅਸੀਂ ਜਾਣ ਸਕੀਏ। ਲੇਕਿਨ ਜਿਸ ਨੇ ਮੰਨ ਲਿਆ ਉਹ ਇਹ ਪੁੱਛਦਾ ਹੀ ਨਹੀਂ ਕਿ ਅਸੀਂ ਜਾਣ ਸਕੀਏ। ਉਹ ਤਾਂ ਇਹ ਮੰਨ ਲੈਂਦਾ ਹੈ ਕਿ ਜਾਣ ਲਿਆ। ਉਹ ਤਾਂ ਵਿਸ਼ਵਾਸ ਨੂੰ ਹੌਲੀ ਹੌਲੀ ਗਿਆਨ ਬਣਾ ਲੈਂਦਾ ਹੈ। ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਗੀਤਾ 'ਚ ਅਜਿਹਾ ਪੜ੍ਹਿਆ ਸੀ। ਕਦੋਂ ਸਮਝਣ ਲੱਗਦਾ ਹੈ ਕਿ ਅਜਿਹਾ ਮੈਂ ਜਾਣਦਾ ਹਾਂ। ਮੈਂ ਦੇਖਦਾ ਹਾਂ ਲੋਕ ਬੈਠੇ ਹਨ, ਧਾਰਮਿਕ ਲੋਕ ਅੱਖਾਂ ਬੰਦ ਕਰਕੇ ਸੋਚ ਰਹੇ ਹਨ, ਆਹੰ ਬ੍ਰਹਮਾਸਿਮ, ਮੈਂ ਬ੍ਰਹਮਾ ਹਾਂ, ਮੈਂ ਬ੍ਰਹਮਾ ਹਾਂ, ਮੈਂ ਬ੍ਰਹਮਾ। ਕਿਸੇ ਕਿਤਾਬ ਵਿੱਚ ਪੜ੍ਹ ਲਿਆ, ਹੁਣ ਦੁਹਰਾ ਰਹੇ ਹਨ ਕਿ ਮੈਂ ਬ੍ਰਹਮਾ। ਹੁਣ ਦੁਹਰਾਉਂਦੇ ਰਹੋ। ਕੀ ਦੁਹਰਾਉਣ ਤੋਂ ਪਤਾ ਲੱਗ ਜਾਏਗਾ ਕਿ ਤੁਸੀਂ ਬ੍ਰਹਮਾ? ਜਦੋਂ ਪਹਿਲੀ ਵਾਰ ਤੁਸੀਂ ਦੁਹਰਾਇਆ ਕਿ ਮੈਂ ਬ੍ਰਹਮਾ, ਤਦ ਤੁਹਾਨੂੰ ਪਤਾ ਨਹੀਂ ਸੀ। ਜਦ ਤੁਸੀਂ ਦੂਜੀ ਵਾਰ ਦੁਹਰਾਇਆ ਤਦ ਵੀ ਤੁਹਾਨੂੰ ਪਤਾ ਨਹੀਂ ਸੀ। ਜਦ ਤੀਜੀ ਵਾਰੀ ਦੁਹਰਾਇਆ ਤਦ ਵੀ ਤੁਹਾਨੂੰ ਪਤਾ ਨਹੀਂ ਸੀ। ਤੇ ਜੇ ਪਤਾ ਹੀ ਹੋ ਗਿਆ ਸੀ ਤਾਂ ਚੌਥੀ ਵਾਰ ਦੁਹਰਾਇਆ ਹੀ ਕਿਸ ਵਾਸਤੇ? ਤੇ ਚੌਥੀ ਵਾਰ ਦੁਹਰਾਇਆ ਤਦ ਵੀ ਪਤਾ ਨਹੀਂ ਸੀ। 1000 ਵਾਰ, ਲੱਖ ਵਾਰ, ਕਰੋੜ ਵਾਰ ਦੁਹਰਾਓ, ਪਤਾ ਕਿਵੇਂ ਹੋ ਜਾਏਗਾ? ਰੈਪੀਟੇਸ਼ਨ ਨੌਲੇਜ ਬਣ ਜਾਂਦਾ ਹੈ। ਦੁਹਰਾਉਣ ਨਾਲ ਗਿਆਨ ਪੈਦਾ ਹੋ ਜਾਂਦਾ ਹੈ। ਤਦ ਤਾਂ ਬੜਾ ਸਸਤਾ ਮਾਮਲਾ ਹੈ, ਤਦ ਤਾਂ ਬਹੁਤ ਹੀ ਸਸਤਾ ਮਾਮਲਾ ਹੈ। ਤਦ ਤਾਂ ਹਿਟਲਰ ਨੇ ਠੀਕ ਹੀ ਲਿਖਿਆ ਆਪਣੀ ਆਤਮ ਕਥਾ ਵਿੱਚ। ਉਹਨੇ ਲਿਖਿਆ ਕਿ ਦੁਨੀਆ ਵਿੱਚ ਸਫੇਦ ਝੂਠ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਜਿਸ ਝੂਠ ਨੂੰ ਬਾਰ-ਬਾਰ ਦੁਹਰਾਓ ਉਹ ਸੱਚ ਹੋ ਜਾਂਦਾ ਹੈ। ਤਦ ਤਾਂ ਫਿਰ ਹਿਟਲਰ ਪਰਮ ਗਿਆਨੀ ਹੈ। ਤੇ ਮਜ਼ੇ ਦੀ ਗੱਲ ਇਹ ਹੈ ਕਿ ਅਸੀਂ ਹਿਟਲਰ ਨੂੰ ਕਦੀ ਗਿਆਨੀ ਨਹੀਂ ਕਹਾਂਗੇ, ਲੇਕਿਨ ਅਸੀਂ ਇਹੋ ਕਰ ਰਹੇ ਹਾਂ ਗਿਆਨ ਲਈ। ਹਾਂ, ਇਹ ਗੱਲ ਜ਼ਰੂਰ ਸੱਚ ਹੈ ਕਿ ਜੇ ਅਸੱਚ ਨੂੰ ਵੀ ਬਾਰ-ਬਾਰ ਦੁਹਰਾਇਆ ਜਾਏ ਤਾਂ ਅਸੀਂ ਹੌਲੀ-ਹੌਲੀ ਇਹ ਭੁੱਲ ਜਾਂਦੇ ਹਾਂ ਕਿ ਇਹ ਅਸੱਚ ਹੈ, ਕੋਈ ਦੂਜਾ ਨਹੀਂ, ਅਸੀਂ ਖੁਦ ਭੁੱਲ ਜਾਂਦੇ ਹਾਂ। ਤੇ ਜੇ ਤੁਸੀਂ ਬਚਪਨ ਤੋਂ ਇਹ
ਇੱਕ ਸੱਚ ਨੂੰ ਦੁਹਰਾਉਂਦੇ ਰਹੋ ਤਾਂ ਬੁਢਾਪੇ ਤੱਕ ਯਾਦ ਰੱਖਣਾ ਜ਼ਰਾ ਮੁਸ਼ਕਿਲ ਹੋ ਜਾਏਗਾ ਕਿ ਇਹ ਸੱਚ ਸੀ, ਤੇ ਜਦੋਂ ਪਹਿਲੀ ਵਾਰ ਦੁਹਰਾਇਆ ਸੀ ਤਾਂ ਅਸੱਚ ਸੀ, ਮੈਨੂੰ ਪਤਾ ਨਹੀਂ ਸੀ। ਇਹ ਭੁੱਲ ਜਾਓਗੇ ਤੁਸੀਂ, ਤੇ ਨਿਰੰਤਰ ਦੁਹਰਾਉਣ ਨਾਲ ਸਿਰਫ ਭੁੱਲ ਸਕਦੇ ਹੋ, ਲੇਕਿਨ ਗਿਆਨ ਨਹੀਂ ਹੋ ਸਕਦਾ। ਸਿਰਫ ਇੰਨਾ ਭੁੱਲ ਸਕਦੇ ਹੋ। ਮੈਂ ਸੁਣਿਆ ਇੱਕ ਪੱਤਰਕਾਰ ਮਰ ਗਿਆ ਤੇ ਮਰਦਿਆਂ ਹੀ ਸਵਰਗ ਦੇ ਦਰਵਾਜ਼ੇ ਤੇ ਪਹੁੰਚ ਗਿਆ। ਜਰਨਲਿਸਟ ਅਖਬਾਰ ਵਾਲਾ, ਹੁਣ ਅਖਬਾਰ ਵਾਲਾ ਸੀ, ਉਹਨੇ ਕਿਹਾ ਕਿ ਸਿੱਧੇ ਸਵਰਗ 'ਚ ਮੈਨੂੰ ਥਾਂ ਮਿਲਣੀ ਚਾਹੀਦੀ ਹੈ। ਤੇ ਇੱਥੇ ਕੋਈ ਮਿਨਿਸਟਰ ਜਾਂ ਕਿਤੇ ਵੀ ਦਰਵਾਜ਼ਾ ਖੜਕਾਏ ਤਾਂ ਦਰਵਾਜ਼ਾ ਖੁੱਲ੍ਹਦਾ ਸੀ। ਤਾਂ ਉਹਨੇ ਕਿਹਾ ਭਗਵਾਨ ਵੀ ਕਿਉਂ ਡਰਦਾ ਹੋਏਗਾ? ਜ਼ਰੂਰ, ਅਖਬਾਰ ਵਾਲਿਆਂ ਤੋਂ ਕੌਣ ਨਹੀਂ ਡਰਦਾ। ਜਾ ਕੇ ਉਹਨੇ ਸਿੱਧਾ ਦਰਵਾਜ਼ਾ ਖੜਕਾਇਆ। ਚੌਕੀਦਾਰ ਨੇ ਬਾਹਰ ਝਾਕ ਕੇ ਦੇਖਿਆ। ਉਹਨੇ ਕਿਹਾ ਦਰਵਾਜ਼ਾ ਖੋਲੋ, ਮੈਂ ਇੱਕ ਵੱਡੇ ਅਖਬਾਰ ਦਾ ਰਿਪੋਰਟਰ ਹਾਂ ਤੇ ਮੈਂ ਮਰ ਗਿਆ ਤੇ ਮੈਂ ਸਵਰਗ 'ਚ ਰਹਿਣਾ ਚਾਹੁੰਦਾ। ਉਸ ਚੌਕੀਦਾਰ ਨੇ ਕਿਹਾ ਮਾਫ਼ ਕਰਨਾ, ਪਹਿਲੀ ਗੱਲ ਤਾਂ ਇਹ ਹੈ ਕਿ ਸਵਰਗ 'ਚ ਕੋਈ ਘਟਨਾ ਨਹੀਂ ਵਾਪਰਦੀ, ਖਬਰ ਹੀ ਨਹੀਂ ਘਟਦੀ, ਕਿਉਂਕਿ ਨਿਊਜ਼ ਲਈ ਵੀ ਤਾਂ ਖਰੂਦੀ ਆਦਮੀ ਚਾਹੀਦੇ ਹੈ, ਰਾਜਨੀਤੀਵਾਨ ਚਾਹੀਦੇ ਹਨ, ਗੁੰਡੇ ਚਾਹੀਦੇ ਹਨ, ਬਦਮਾਸ਼ ਚਾਹੀਦੇ ਹਨ। ਇੱਥੇ ਇਸ ਤਰ੍ਹਾਂ ਦੇ ਸਾਰੇ ਲੋਕ ਆਉਂਦੇ ਹੀ ਨਹੀਂ। ਹਾਲਾਂਕਿ ਧਰਤੀ ਤੇ ਜੋ ਵੀ ਮਰਦਾ ਹੈ ਉਹ ਸਾਰੇ ਸਵਰਗੀ ਲਿਖੇ ਜਾਂਦੇ ਹਨ, ਸਾਰੇ ਸਵਰਗ ਚਲੇ ਜਾਂਦੇ ਹਨ, ਅਜੇ ਅਸੀਂ ਮੰਨਦੇ ਹਾਂ। ਜਾਂਦਾ ਕੋਈ ਮੁਸ਼ਕਲ ਨਾਲ ਹੀ ਕਦੀ ਹੋਏਗਾ। ਉਸ ਚੌਕੀਦਾਰ ਨੇ ਕਿਹਾ ਇੱਥੇ ਕੋਈ ਘਟਨਾ ਹੀ ਨਹੀਂ ਵਾਪਰਦੀ, ਅਖਬਾਰ ਕਿੱਥੋਂ ਚੱਲੇ ਤੇ ਇੱਥੋਂ ਦਾ ਇੱਕ ਨਿਸ਼ਚਿਤ ਕੋਟਾ ਹੈ। 10 ਅਖਬਾਰ ਵਾਲਿਆਂ ਨੂੰ ਅਸੀਂ ਥਾਂ ਦੇ ਰੱਖੀ ਹੈ, ਲੇਕਿਨ ਉਹ ਵੀ ਬੇਕਾਰ ਹਨ, ਕੋਈ ਕੰਮ ਹੀ ਨਹੀਂ ਹੈ। ਤੇ ਅਖਬਾਰ ਵੀ ਕੱਢੋ ਤਾਂ ਕੋਈ ਪੜ੍ਹਨ ਨੂੰ ਰਾਜ਼ੀ ਨਹੀਂ ਹੁੰਦਾ, ਇਸ ਲਈ ਉਹ ਕੰਮ ਵੀ ਠੱਪ ਹੀ ਪਿਆ। ਜੇ ਤੁਸੀਂ ਜਾਣਾ ਹੀ ਹੈ ਤਾਂ ਨਰਕ ਚਲੇ ਜਾਓ, ਉੱਥੇ ਬਹੁਤ ਅਖਬਾਰ ਚੱਲਦੇ ਹਨ, ਬਹੁਤ ਸਰਕੂਲੇਸ਼ਨ ਹੈ ਅਖਬਾਰਾਂ ਦੀ, ਕਿਉਂਕਿ ਘਟਨਾਵਾਂ ਵੀ ਬਹੁਤ ਵਾਪਰਦੀਆਂ ਹਨ। ਘਟਨਾਵਾਂ ਹੀ ਘਟਨਾਵਾਂ ਹਨ ਉੱਥੇ, ਤਾਂ ਜਿੱਥੇ ਦੇਖੋ ਉੱਥੇ ਘਟਨਾ ਵਾਪਰ ਰਹੀ ਹੈ। ਪਰ ਉਸਨੇ ਕਿਹਾ ਕਿ ਮੈਂ ਤਾਂ ਸਵਰਗ ਵਿੱਚ ਹੀ ਰਹਿਣਾ ਹੈ। ਤੁਸੀਂ ਇਹ ਕਰ ਸਕਦੇ ਹੋ ਤਰਕੀਬ, ਮੈਨੂੰ 24 ਘੰਟਿਆਂ ਲਈ ਅੰਦਰ ਲੈ ਲਓ, ਮੈਂ 10 ਅਖਬਾਰ ਵਾਲਿਆਂ 'ਚੋਂ ਇੱਕ ਨੂੰ ਰਾਜ਼ੀ ਕਰ ਲਵਾਂਗਾ ਕਿ ਉਹ ਨਰਕ ਚਲਾ ਜਾਏ, ਤਾਂ ਫਿਰ ਥਾਂ ਤਾਂ ਖਾਲੀ ਹੁੰਦੀ ਹੈ ਮੇਰੇ ਲਈ। ਉਸ ਚੌਕੀਦਾਰ ਨੇ ਕਿਹਾ ਤੁਸੀਂ ਆ ਜਾਓ, 24 ਘੰਟੇ ਤੁਸੀਂ ਕੋਸ਼ਿਸ਼ ਕਰ ਲਓ। ਉਹ ਅਖਬਾਰ ਵਾਲਾ ਅੰਦਰ ਚਲਾ ਗਿਆ। ਜਿਹੜਾ ਵੀ ਆਦਮੀ ਉਹਨੂੰ ਮਿਲਿਆ ਉਹਨੇ ਕਿਹਾ ਤੂੰ ਸੁਣਿਆ ਨਰਕ 'ਚ ਇੱਕ ਬਹੁਤ ਨਵਾਂ ਅਖਬਾਰ ਨਿਕਲਣ ਵਾਲਾ ਹੈ, ਉਹਦੇ ਲਈ ਵੱਡੇ ਸੰਪਾਦਕ ਦੀ, ਚੀਫ ਐਡੀਟਰ ਦੀ ਜ਼ਰੂਰਤ ਹੈ। ਮੋਟਰ ਵੀ ਮਿਲੇਗੀ, ਬੰਗਲਾ ਵੀ ਮਿਲੇਗਾ, ਸਭ ਇੰਤਜ਼ਾਮ ਹੈ, ਕਾਫੀ ਤਨਖਾਹ ਵੀ ਹੈ। ਉਹਨੇ ਪੂਰੇ ਸਵਰਗ 'ਚ ਖਬਰ ਫੈਲਾ ਦਿੱਤੀ। ਸ਼ਾਮ ਨੂੰ ਉਹ ਵਾਪਸ ਚੌਕੀਦਾਰ ਕੋਲ ਆਇਆ ਤੇ ਉਹਨੇ ਪੁੱਛਿਆ ਕਿ ਦੱਸੋ ਕੋਈ ਗਿਆ? ਚੌਕੀਦਾਰ ਨੇ ਦੋਵਾਂ ਹੱਥਾਂ ਨਾਲ ਉਹਨੂੰ ਰੋਕ ਕੇ ਕਿਹਾ ਠਹਿਰੋ, ਉਹ ਦੱਸੇ ਹੀ ਚਲੇ ਗਏ ਹਨ ਤੇ ਹੁਣ ਤੁਸੀਂ ਨਹੀਂ ਜਾ ਸਕਦੇ, ਕਿਉਂਕਿ ਇੱਥੇ ਅਸੀਂ ਤਾਂ ਬਹੁਤ ਮੁਸ਼ਕਿਲ 'ਚ ਪੈ ਜਾਵਾਂਗੇ। 10 ਦਾ ਕੋਟਾ ਹੈ। ਉਹ ਦੱਸੇ ਵੀ ਭੱਜ ਗਏ ਤੇ ਉਹ ਕਹਿੰਦੇ ਹਨ ਅਸੀਂ ਨਰਕ ਜਾਣਾ ਹੈ, ਸਾਰੇ ਚਲੇ ਗਏ। ਲੇਕਿਨ ਉਸ ਅਖਬਾਰ ਵਾਲੇ ਨੇ ਕਿਹਾ ਰਾਹ ਵਿੱਚੋਂ ਪਾਸੇ ਹਟੋ, ਮੈਂ ਵੀ ਜਾਵਾਂਗਾ। ਉਹਨੇ ਕਿਹਾ ਤੁਸੀਂ ਕਿਹੋ ਜਿਹੇ ਪਾਗਲ ਹੋ? ਉਹਨੇ ਕਿਹਾ ਕੌਣ ਜਾਣੇ, ਗੱਲ ਸੱਚ ਵੀ ਹੋ ਸਕਦੀ ਹੈ ਕਿ ਅਖਬਾਰ ਉੱਥੇ ਨਿਕਲ ਰਿਹਾ ਹੋਵੇ, ਕਿਉਂਕਿ ਮੈਂ ਜਿੱਥੋਂ ਵੀ ਸੁਣਿਆ ਦਿਨ ਵਿੱਚ ਸਾਰੇ ਇਹੋ ਕਹਿ ਰਹੇ ਸਨ ਕਿ ਅਖਬਾਰ ਨਿਕਲਣ ਵਾਲਾ ਹੈ ਪੂਰੇ ਸਵਰਗ 'ਚ। ਇੱਕ ਹੀ ਚਰਚਾ ਹੈ, ਕੌਣ ਜਾਣੇ। ਉਸ ਚੌਕੀਦਾਰ ਨੇ ਕਿਹਾ ਪਾਗਲ, ਸਵੇਰੇ ਤੂੰ ਹੀ ਤਾਂ ਇਹ ਝੂਠ ਸ਼ੁਰੂ ਕੀਤਾ ਸੀ। ਉਹਨੇ ਕਿਹਾ ਸਵੇਰ ਨੂੰ ਤਾਂ ਬਹੁਤ ਦੇਰ ਹੋ ਗਈ, ਗੱਲ ਸੱਚ ਵੀ ਹੋ ਸਕਦੀ ਹੈ, ਪਰ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ। ਝੂਠ ਹੋਵੇ ਤਾਂ ਵੀ ਕੋਈ ਹਰਜ਼ ਨਹੀਂ। ਜਦੋਂ 10 ਆਦਮੀਆਂ ਨੇ ਮੰਨ ਲਿਆ ਹੈ ਤਾਂ ਗੱਲ ਵਿੱਚ ਕੁਛ ਨਾ ਕੁਛ ਜਾਨ ਹੋਣੀ ਚਾਹੀਦੀ ਹੈ। ਅਸੀਂ ਵੀ ਭੁੱਲ ਜਾਂਦੇ ਹਾਂ ਕਿ ਅਸੀਂ ਕਦੋਂ ਝੂਠ ਸਵੀਕਾਰ ਕੀਤਾ ਸੀ, ਤੇ ਜੇ ਬੋਲਦੇ ਹੀ ਜਾਈਏ ਤਾਂ ਆਖਰ ਵਿੱਚ ਪਤਾ ਹੀ ਨਹੀਂ ਰਹਿਣਾ ਕਿ ਝੂਠ ਸੀ। ਦੁਹਰਾਉਣ ਨਾਲ ਕੋਈ ਸੱਚ ਨਹੀਂ ਹੁੰਦਾ। ਅਸੀਂ ਕਿਤਾਬਾਂ ਪੜ੍ਹ ਲੈਂਦੇ ਹਾਂ, ਈਸ਼ਵਰ ਦੇ ਸੰਬੰਧ ਵਿੱਚ, ਬਰਮਾ ਦੇ ਸੰਬੰਧ ਵਿੱਚ, ਆਤਮਾ ਦੇ ਸੰਬੰਧ ਵਿੱਚ ਗੱਲਾਂ ਸਿੱਖ ਲੈਂਦੇ ਹਾਂ, ਫਿਰ ਇਹਨਾਂ ਨੂੰ ਦੁਹਰਾਉਣ ਲੱਗਦੇ ਹਾਂ ਤੇ ਦੁਹਰਾਉਂਦੇ ਮਰ ਜਾਂਦੇ ਹਾਂ। ਅਸੀਂ ਕੁਝ ਜਾਣ ਨਹੀਂ ਸਕਦੇ। ਕੀ ਕਰੀਏ? ਇਸ ਲਈ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ, ਪਹਿਲੀ ਗੱਲ ਤਾਂ ਇਹ ਸਮਝੋ ਕਿ ਅਸੀਂ ਅਗਿਆਨੀ ਹਾਂ, ਪਰਮ ਅਗਿਆਨੀ, ਐਬਸੋਲੂਟ ਇਗਨੋਰੈਂਟ ਹਾਂ ਸੱਚ ਦੇ ਸੰਬੰਧ ਵਿੱਚ। ਇਹ ਪਹਿਲਾ ਸੱਚ ਹੋਏਗਾ, ਇਹ ਪਹਿਲਾ ਕਦਮ ਹੋਏਗਾ ਪਰਮਾਤਮਾ ਦੇ ਮੰਦਰ ਦਾ। ਤੇ ਜਦੋਂ ਪਰਮ ਅਗਿਆਨੀ ਆ ਅਸੀਂ ਤੇ ਦੂਸਰੇ ਦੇ ਗਿਆਨ ਤੋਂ ਗਿਆਨ ਮਿਲ ਨਹੀਂ ਸਕਦਾ। ਕਿੰਨੀ ਗੀਤਾ ਕੰਠ ਕਰੋ, ਕਿੰਨੇ ਬਰਮਾ ਸੂਤਰ ਪੜੋ, ਗਿਆਨ ਨਹੀਂ ਮਿਲ ਸਕਦਾ ਕਿਸੇ ਕਿਤਾਬ ਤੋਂ, ਨਾ ਕਿਸੇ ਗੁਰੂ ਤੋਂ। ਟ੍ਰਾਂਸਫਰੇਬਲ ਨਹੀਂ ਹੈ।
ਇਹ ਕੋਈ ਅਜਿਹੀ ਚੀਜ਼ ਨਹੀਂ ਹੈ ਕਿ ਕਿਸੇ ਨੇ ਮੁੱਠੀ ਭਰੀ ਤੇ ਤੁਹਾਨੂੰ ਦੇ ਦਿੱਤੀ। ਜੇ ਅਜਿਹਾ ਹੁੰਦਾ ਤਾਂ ਇੱਕ ਹੀ ਗੁਰੂ ਸਾਰੀ ਦੁਨੀਆ 'ਚ ਗਿਆਨ ਵੰਡ ਜਾਂਦਾ। ਫਿਰ ਕੋਈ ਜ਼ਰੂਰਤ ਨਹੀਂ ਸੀ, ਕੋਈ ਕਿਸੇ ਨੂੰ ਗਿਆਨ ਦੇ ਨਹੀਂ ਸਕਦਾ। ਜੇ ਮੌਤ ਨੂੰ ਜਾਣਨਾ ਹੈ ਤਾਂ ਖੁਦ ਮਰਨਾ ਪੈਂਦਾ ਹੈ, ਤੇ ਜੇ ਗਿਆਨ ਨੂੰ ਹਾਸਲ ਕਰਨਾ ਤਾਂ ਖੁਦ ਉਸ ਮਾਰਗ ਤੋਂ ਗੁਜ਼ਰਨਾ ਪੈਂਦਾ ਹੈ ਜਿੱਥੇ ਗਿਆਨ ਮੌਜੂਦ ਹੁੰਦਾ ਹੈ। ਕੀ ਹੈ ਇਹ ਮਾਰਗ? ਸਾਰੇ ਵਿਚਾਰਾਂ ਤੋਂ ਮੁਕਤ ਹੋ ਜਾਣਾ, ਪੂਰਨ ਸ਼ੂਨਿਆ 'ਚ ਠਹਿਰ ਜਾਣਾ, ਮੌਨ, ਪੂਰਨ ਮੌਨ 'ਚ ਉਤਰ ਜਾਣਾ, ਉਹ ਮਾਰਗ ਹੈ। ਜੇ ਅਸੀਂ ਪਲ ਭਰ ਲਈ ਵੀ ਪੂਰਨ ਮੌਨ 'ਚ ਹੋ ਸਕੀਏ, ਕੰਪਲੀਟ ਸਾਇਲੈਂਸ 'ਚ ਹੋ ਸਕੀਏ, ਤਾਂ ਅਸੀਂ ਉਸ ਨੂੰ ਜਾਣ ਲਵਾਂਗੇ ਜੋ ਹੈ। ਕਿਉਂ? ਆਖਰ ਮੌਨ 'ਚ ਹੋਣ ਨਾਲ ਕਿਉਂ ਜਾਣ ਲਵਾਂਗੇ? ਜਦੋਂ ਤੱਕ ਸਾਡਾ ਮਨ ਸ਼ਬਦਾਂ ਨਾਲ ਭਰਿਆ ਹੈ, ਵਿਚਾਰਾਂ ਨਾਲ ਭਰਿਆ ਹੈ, ਉਦੋਂ ਤੱਕ ਬੇਚੈਨ ਹੈ। ਤਦ ਤੱਕ ਅਜਿਹਾ ਹੈ ਜਿਵੇਂ ਝੀਲ ਉੱਤੇ ਤਰੰਗਾਂ ਹੋਣ। ਚੰਨ ਹੈ ਅਸਮਾਨ ਵਿੱਚ ਤੇ ਝੀਲ ਤਰੰਗਾਂ ਨਾਲ ਭਰੀ ਹੈ, ਤਾਂ ਚੰਨ ਦਾ ਅਕਸ ਫਿਰ ਝੀਲ 'ਚ ਨਹੀਂ ਬਣਦਾ, ਤੇ ਫਿਰ ਝੀਲ ਸ਼ਾਂਤ ਹੋ ਗਈ, ਕੋਈ ਤਰੰਗ ਨਹੀਂ ਹੈ। ਝੀਲ ਮੌਨ ਹੋ ਗਈ, ਇੱਕ ਲਹਿਰ ਵੀ ਨਹੀਂ ਹੈ ਝੀਲ ਦੀ ਛਾਤੀ ਉੱਤੇ। ਝੀਲ ਬਿਲਕੁਲ ਸਾਇਲੈਂਟ, ਸ਼ਾਂਤ ਹੋ ਗਈ ਹੈ, ਤਾਂ ਝੀਲ ਇੱਕ ਦਰਪਣ ਬਣ ਜਾਂਦੀ ਹੈ ਤੇ ਚੰਨ ਦਾ ਅਕਸ ਉਸ ਵਿੱਚ ਆ ਜਾਂਦਾ ਹੈ, ਰਿਫਲੈਕਟ ਹੋ ਜਾਂਦਾ ਹੈ, ਦਿਖਾਈ ਦੇਣ ਲੱਗਦਾ ਹੈ। ਮੌਨ ਦੀ ਸਥਿਤੀ 'ਚ ਅਸੀਂ ਬਣ ਜਾਂਦੇ ਹਾਂ ਦਰਪਣ, ਸ਼ਾਂਤ, ਤੇ ਜੋ ਹੈ ਉਹਦਾ ਅਕਸ ਉਸ ਵਿੱਚ ਆ ਜਾਂਦਾ ਹੈ, ਉਸ ਵਿੱਚ ਦਿਖਾਈ ਦਿੰਦਾ ਹੈ। ਮਨੁੱਖ ਨੇ ਬਣਨਾ ਹੈ ਦਰਪਣ। ਚੁੱਪ, ਇੱਕ ਲਹਿਰ ਵੀ ਨਾ ਹੋਵੇ ਮਨ ਉੱਤੇ, ਤਾਂ ਉਸੇ ਪਲ ਵਿੱਚ ਜੋ ਹੈ ਉਸੇ ਦਾ ਨਾਮ ਪਰਮਾਤਮਾ ਅਸੀਂ ਕਹੀਏ, ਸੱਚ ਕਹੀਏ, ਜੋ ਵੀ ਨਾਮ ਦੇਣਾ ਚਾਹੀਏ। ਨਾਮ ਨਾਲ ਕੋਈ ਫਰਕ ਨਹੀਂ ਪੈਂਦਾ। ਨਾਮ ਦੇ ਝਗੜੇ ਸਿਰਫ ਬੱਚਿਆਂ ਦੇ ਝਗੜੇ ਹਨ। ਕੋਈ ਵੀ ਨਾਮ ਦੇ ਦਿਓ, XYZ ਕਹੀਏ ਤਾਂ ਵੀ ਚੱਲੇਗਾ। ਉਹ ਜੋ ਹੈ ਅਨਨੋਨ, ਅਗਿਆਤ, ਉਹ ਸਾਡੇ ਦਰਪਣ ਵਿੱਚ ਆ ਜਾਂਦਾ ਹੈ ਤੇ ਅਸੀਂ ਪਤਾ ਲਾ ਲੈਂਦੇ ਹਾਂ। ਤਦ ਹੈ ਆਸਤਿਕਤਾ, ਤਦ ਹੈ ਧਾਰਮਿਕਤਾ, ਤਦ ਧਾਰਮਿਕ ਵਿਅਕਤੀ ਦਾ ਜਨਮ ਹੁੰਦਾ ਹੈ। ਅਦਭੁਤ ਹੈ ਆਨੰਦ ਉਸਦਾ। ਸੱਚ ਨੂੰ ਜਾਣ ਕੇ ਕੋਈ ਦੁਖੀ ਹੋਇਆ ਹੋਵੇ, ਅਜਿਹਾ ਸੁਣਿਆ ਨਹੀਂ ਗਿਆ। ਸੱਚ ਨੂੰ ਬਿਨਾਂ ਜਾਣੇ ਕੋਈ ਸੁਖੀ ਹੋ ਗਿਆ ਹੋਵੇ, ਅਜਿਹਾ ਵੀ ਨਹੀਂ ਸੁਣਿਆ ਗਿਆ। ਸੱਚ ਨੂੰ ਜਾਣੇ ਬਿਨਾਂ ਆਨੰਦ ਮਿਲ ਗਿਆ ਹੋਵੇ ਕਿਸੇ ਨੂੰ, ਇਹਦੀ ਕੋਈ ਸੰਭਾਵਨਾ ਨਹੀਂ। ਸੱਚ ਨੂੰ ਜਾਣ ਕੇ ਕੋਈ ਆਨੰਦਿਤ ਨਾ ਹੋਇਆ ਹੋਵੇ, ਅਜਿਹਾ ਕੋਈ ਅਪਵਾਦ ਨਹੀਂ ਹੈ। ਸੱਚ ਆਨੰਦ ਹੈ, ਸੱਚ ਅੰਮ੍ਰਿਤ ਹੈ, ਸਭ ਕੁਝ ਸੱਚ ਹੈ, ਜਿਸ ਦੇ ਲਈ ਸਾਡੀ ਆਕਾਂਖਿਆ ਹੈ, ਜਿਸ ਨੂੰ ਹਾਸਲ ਕਰਨ ਦੀ ਪਿਆਸ ਹੈ, ਪ੍ਰਾਰਥਨਾ ਹੈ। ਲੇਕਿਨ ਅਸੀਂ ਦਰਪਣ ਨਹੀਂ ਹਾਂ ਜਿਸ ਵਿੱਚ ਸੱਚ ਦਾ ਅਕਸ ਬਣ ਸਕੇ। ਇੱਕ ਨੌਜਵਾਨ ਫਕੀਰ ਸਾਰੀ ਦੁਨੀਆ ਦਾ ਚੱਕਰ ਲਾ ਕੇ ਆਪਣੇ ਦੇਸ਼ ਵਾਪਸ ਪਰਤਿਆ ਸੀ। ਉਸ ਦੇਸ਼ ਦਾ ਬਾਦਸ਼ਾਹ ਬਚਪਨ ਵਿੱਚ ਉਹਦੇ ਨਾਲ ਇੱਕ ਹੀ ਸਕੂਲ 'ਚ ਪੜ੍ਹਿਆ ਸੀ। ਉਹ ਫਕੀਰ ਬਾਦਸ਼ਾਹ ਕੋਲ ਗਿਆ। ਸਾਰੀ ਪ੍ਰਿਥਵੀ ਘੁੰਮ ਕੇ ਪਰਤਿਆ ਹੈ ਫਕੀਰ, ਅਰਧਨਗਨ, ਫਟੇ ਕੱਪੜੇ। ਬਾਦਸ਼ਾਹ ਗਲੇ ਮਿਲਿਆ। ਬੈਠਦੇ ਹੀ ਬਾਦਸ਼ਾਹ ਨੇ ਪੁੱਛਿਆ, ਸਾਰੀ ਦੁਨੀਆ ਘੁੰਮ ਕੇ ਆਏ ਹੋ, ਮੇਰੇ ਲਈ ਕੁਝ ਲਿਆਏ ਹੋ? ਜਿਨ੍ਹਾਂ ਕੋਲ ਸਭ ਕੁਝ ਹੁੰਦਾ ਹੈ, ਉਹਨਾਂ ਦੇ ਮਨ 'ਚ ਵੀ ਹੋਰ ਕੁਝ ਦੀ ਵਾਸਨਾ ਤਾਂ ਬਣੀ ਹੀ ਰਹਿੰਦੀ ਹੈ। ਇੱਕ ਬਾਦਸ਼ਾਹ ਇੱਕ ਫਕੀਰ ਤੋਂ ਮੰਗਣ ਲੱਗਿਆ ਕਿ ਮੇਰੇ ਲਈ ਕੁਝ ਲਿਆਏ ਹੋ? ਫਕੀਰ ਨੇ ਕਿਹਾ ਕਿ ਮੈਨੂੰ ਖਿਆਲ ਸੀ ਕਿ ਮੈਨੂੰ ਮਿਲਣ ਵੇਲੇ ਯਕੀਨਨ ਇਹੋ ਗੱਲ ਪੁੱਛੋਗੇ। ਜਿਨ੍ਹਾਂ ਕੋਲ ਬਹੁਤ ਕੁਝ ਹੈ, ਪਹਿਲੀ ਗੱਲ ਉਹਨਾਂ ਦੇ ਦਿਮਾਗ 'ਚ ਇਹੋ ਉੱਠਦੀ ਹੈ, ਤਾਂ ਮੈਂ ਤੁਹਾਡੇ ਲਈ ਕੁਝ ਲੈ ਕੇ ਆਇਆ ਹਾਂ। ਬਾਦਸ਼ਾਹ ਨੇ ਚਾਰੇ ਪਾਸੇ ਵੇਖਿਆ। ਫਕੀਰ ਕੋਲ ਤਾਂ ਕੁਝ ਲੱਗਦਾ ਨਹੀਂ ਸੀ, ਹੱਥ ਖਾਲੀ ਸਨ, ਝੋਲਾ ਵੀ ਕੋਲ ਨਹੀਂ। ਬਾਦਸ਼ਾਹ ਨੇ ਕਿਹਾ, ਕੀ ਲੈ ਕੇ ਆਏ ਹੋ? ਫਕੀਰ ਨੇ ਕਿਹਾ, ਮੈਂ ਬਹੁਤ ਭਾਲਿਆ, ਬਹੁਤ ਭਾਲਿਆ, ਵੱਡੇ ਵੱਡੇ ਬਾਜ਼ਾਰਾਂ 'ਚ, ਵੱਡੀਆਂ ਵੱਡੀਆਂ ਰਾਜਧਾਨੀਆਂ 'ਚ। ਲੇਕਿਨ ਮੈਂ ਇਹ ਸੋਚਦਾ ਸੀ ਕੋਈ ਅਜਿਹੀ ਚੀਜ਼ ਲੈ ਕੇ ਜਾਵਾਂ ਜੋ ਤੁਹਾਡੇ ਕੋਲ ਨਾ ਹੋਵੇ। ਲੇਕਿਨ ਜਿੱਥੇ ਵੀ ਗਿਆ ਮੈਨੂੰ ਖਿਆਲ ਆਇਆ ਕਿ ਇਹ ਸਾਰਾ ਕੁਝ ਤੁਹਾਡੇ ਕੋਲ ਜ਼ਰੂਰ ਹੋਏਗਾ। ਤੁਸੀਂ ਕੋਈ ਛੋਟੇ ਬਾਦਸ਼ਾਹ ਨਹੀਂ, ਤੇ ਦੇਖਦਾ ਹਾਂ ਤੁਹਾਡੇ ਮਹਿਲ ਵਿੱਚ ਸਾਰਾ ਕੁਝ ਹੈ। ਭੁੱਲ ਹੋ ਜਾਂਦੀ ਹੈ ਵੱਡੀ। ਮੈਂ ਉਹ ਕੁਝ ਵੀ ਨਹੀਂ ਲਿਆਇਆ। ਫਿਰ ਇੱਕ ਚੀਜ਼ ਮੈਨੂੰ ਮਿਲ ਗਈ ਜੋ ਮੈਂ ਲਿਆਇਆ ਹਾਂ। ਬਾਦਸ਼ਾਹ ਤਾਂ ਖੜਾ ਹੋ ਗਿਆ। ਉਹਨੇ ਕਿਹਾ, ਅਜਿਹੀ ਕੋਈ ਚੀਜ਼ ਲਿਆਏ ਹੋ ਜੋ ਮੇਰੇ ਕੋਲ ਨਹੀਂ ਹੈ? ਦੇਖਾਂ, ਜਲਦੀ ਕੱਢੋ, ਮੇਰੀ ਉਤਸੁਕਤਾ ਨੂੰ ਜ਼ਿਆਦਾ ਨਾ ਵਧਾਓ। ਉਸ ਫਕੀਰ ਨੇ ਜੇਬ 'ਚ ਹੱਥ ਪਾਇਆ। ਪਾਟੇ ਕੁੜਤੇ ਵਿੱਚੋਂ ਇੱਕ ਛੋਟਾ ਜਿਹਾ 2 ਪੈਸੇ ਦਾ ਸ਼ੀਸ਼ਾ, 2 ਪੈਸੇ ਦਾ ਮਿਰਰ ਕੱਢ ਕੇ ਬਾਦਸ਼ਾਹ ਨੂੰ ਦੇ ਦਿੱਤਾ। ਬਾਦਸ਼ਾਹ ਨੇ ਕਿਹਾ, ਪਾਗਲ ਹੋ ਗਏ ਹੋ?
ਮੇਰੇ ਕੋਲ ਵੱਡੇ ਵੱਡੇ ਸ਼ੀਸ਼ੇ ਹਨ, ਇਹ 2 ਪੈਸੇ ਦਾ ਸ਼ੀਸ਼ਾ ਲਿਆਇਓ ਕਿ ਮੇਰੇ ਕੋਲ ਨਹੀਂ ਹੋਏਗਾ। ਕਿਹੋ ਜਿਹੇ ਪਾਗਲ ਹੋ। ਉਸ ਫਕੀਰ ਨੇ ਕਿਹਾ, ਇਹ ਸ਼ੀਸ਼ਾ ਆਮ ਨਹੀਂ ਹੈ, ਇਸ 'ਚ ਜੋ ਦੇਖੋਗੇ ਤਾਂ ਤੁਸੀਂ ਆਪਣੇ ਆਪ ਨੂੰ ਹੀ ਦੇਖੋਗੇ। ਦੂਜੇ ਸ਼ੀਸ਼ਿਆਂ 'ਚ ਸਿਰਫ ਸਰੀਰ ਦਿਸਿਆ ਹੋਏਗਾ, ਇਸ 'ਚ ਤੁਸੀਂ ਹੀ ਦਿਖ ਜਾਓਗੇ। ਕਾਗਜ਼ 'ਚ ਲਪੇਟਿਆ ਹੋਇਆ ਸ਼ੀਸ਼ਾ। ਬਾਦਸ਼ਾਹ ਨੇ ਕਿਹਾ, ਮੈਂ ਇਹਨੂੰ ਖੋਲ ਕੇ ਦੇਖਾਂ? ਫਕੀਰ ਨੇ ਕਿਹਾ, ਇਕੱਲਿਆਂ ਦੇਖਣਾ, ਕਿਉਂਕਿ ਇਸ 'ਚ ਤੁਸੀਂ ਦਿਖ ਜਾਓਗੇ ਜਿਵੇਂ ਦੇ ਹੋ, ਜੋ ਹੋ। ਫਿਰ ਫਕੀਰ ਚਲਾ ਗਿਆ। ਇਕਾਂਤ ਹੁੰਦਿਆਂ ਬਾਦਸ਼ਾਹ ਨੇ ਕਾਗਜ਼ ਪਾੜਿਆ। ਇੱਕ ਆਮ ਜਿਹਾ ਸ਼ੀਸ਼ਾ ਹੈ, ਜਿਸ ਨੂੰ ਸ਼ੀਸ਼ਾ ਕਹਿਣਾ ਵੀ ਮੁਸ਼ਕਿਲ ਹੈ, ਬੇਹੱਦ ਦੀਨ ਦਰਿੱਦਰ ਸ਼ੀਸ਼ਾ। ਲੇਕਿਨ ਉਸ ਸ਼ੀਸ਼ੇ ਉੱਤੇ ਇੱਕ ਵਚਨ ਲਿਖਿਆ ਹੋਇਆ ਹੈ ਕਿ ਹੋਰ ਸਾਰੇ ਸ਼ੀਸ਼ੇ ਵਿਅਰਥ ਹਨ, ਇੱਕ ਹੀ ਸ਼ੀਸ਼ਾ ਸਾਰਥਿਕ ਹੈ, ਤੇ ਉਹ ਉਹੀ ਸ਼ੀਸ਼ਾ ਹੈ ਜੋ ਤੁਸੀਂ ਬਣ ਸਕਦੇ ਹੋ। ਮੌਨ ਹੋ ਜਾਓ, ਚੁੱਪ ਹੋ ਜਾਓ, ਮਨ ਦੀਆਂ ਸਾਰੀਆਂ ਤਰੰਗਾਂ ਬੰਦ ਕਰ ਦਿਓ। ਉਸ ਸ਼ੀਸ਼ੇ ਵਿੱਚ ਦੇਖ ਸਕੋਗੇ ਕਿ ਤੁਸੀਂ ਕੌਣ ਹੋ, ਤੇ ਜੇ ਖੁਦ ਨੂੰ ਦੇਖ ਲਏ, ਉਹ ਸਭ ਨੂੰ ਦੇਖ ਲੈਂਦਾ ਹੈ। ਇੱਕ ਵਾਰ ਝਲਕ ਮਿਲ ਜਾਏ, ਸ਼ਾਂਤ ਹੋ ਕੇ ਜੀਵਨ ਦੀ ਸਭ ਮਿਲ ਜਾਂਦਾ। ਲੇਕਿਨ ਅਸੀਂ ਖੋਜਦੇ ਹਾਂ ਸ਼ਾਸਤਰਾਂ ਵਿੱਚ ਕਦੀ ਨਹੀਂ ਮਿਲੇਗਾ। ਅਸੀਂ ਖੋਜਦੇ ਹਾਂ ਗੁਰੂਆਂ ਦੇ ਕੋਲ, ਕਦੇ ਨਹੀਂ ਮਿਲੇਗਾ। ਕੋਈ ਕਿਸੇ ਨੂੰ ਦੇ ਸਕਦਾ ਹੀ ਨਹੀਂ ਹੈ ਸਾਡੇ ਕੋਲ, ਪਰ ਅਸੀਂ ਖੋਜਦੇ ਹਾਂ ਕਿਤੇ ਹੋਰ ਤੇ ਭਟਕਦੇ ਰਹਿੰਦੇ ਹਾਂ। ਇੱਕ ਹੀ ਗੱਲ ਤੁਹਾਨੂੰ ਕਹਿਣੀ ਚਾਹੁੰਦਾ, ਉਹ ਇਹ ਕਿ ਅਗਿਆਨ ਨੂੰ ਸਮਝੋ ਤੇ ਅਗਿਆਨ ਨੂੰ ਝੂਠੇ ਗਿਆਨ ਨਾਲ ਢਕੋ ਨਾ। ਉਧਾਰ ਦੇ ਗਿਆਨ ਨਾਲ ਆਪਣੇ ਅਗਿਆਨ ਨੂੰ ਭੁਲਾਓ ਨਾ। ਉਧਾਰੇ ਗਿਆਨ ਨੂੰ ਦੁਹਰਾ ਕੇ ਜ਼ਬਰਦਸਤੀ ਗਿਆਨ ਬਣਾਉਣ ਦੀ ਚੇਸ਼ਟਾ 'ਚ ਨਾ ਲੱਗੋ। ਅਜਿਹਾ ਨਾ ਕਦੀ ਹੋਇਆ, ਨਾ ਹੋ ਸਕਦਾ ਹੈ। ਇੱਕ ਹੀ ਉਪਾਅ ਹੈ, ਤੇ ਜਿਸ ਵਿੱਚ ਉਪਾਅ ਨਾਲ ਸਭ ਨੂੰ ਹੋਇਆ ਹੈ, ਕਦੀ ਵੀ ਹੋਇਆ ਹੈ, ਕਦੇ ਵੀ ਹੋਏਗਾ, ਤੇ ਉਹ ਉਪਾਅ ਇਹ ਹੈ ਕਿ ਕਿਵੇਂ ਅਸੀਂ ਸ਼ੀਸ਼ਾ ਬਣ ਜਾਈਏ। ਜਸਟ ਟੂ ਬੀ ਅ ਮਿਰਰ। ਪਤਾ ਹੈ ਤੁਹਾਨੂੰ ਕਿ ਸ਼ੀਸ਼ੇ ਦੀ ਖੂਬੀ ਕੀ ਹੈ? ਸ਼ੀਸ਼ੇ ਦੀ ਖੂਬੀ ਇਹ ਹੈ ਕਿ ਉਸ ਵਿੱਚ ਕੁਝ ਵੀ ਨਹੀਂ ਹੈ, ਉਹ ਬਿਲਕੁਲ ਖਾਲੀ ਹੈ। ਇਸ ਲਈ ਤਾਂ ਜੋ ਵੀ ਆਉਂਦੇ ਹੈ ਉਸ 'ਚ ਦਿਖ ਜਾਂਦਾ ਹੈ। ਜੋ ਸ਼ੀਸ਼ੇ 'ਚ ਕੁਝ ਹੋਵੇ ਤਾਂ ਫਿਰ ਦਿਖੇਗਾ ਨਹੀਂ। ਸ਼ੀਸ਼ੇ 'ਚ ਕੁਝ ਵੀ ਨਹੀਂ ਟਿਕਦਾ, ਸ਼ੀਸ਼ੇ 'ਚ ਕੁਝ ਹੈ ਹੀ ਨਹੀਂ। ਸ਼ੀਸ਼ਾ ਬਿਲਕੁਲ ਖਾਲੀ ਹੈ। ਸ਼ੀਸ਼ੇ ਦਾ ਮਤਲਬ ਹੈ ਟੋਟਲ ਐਮਪਟੀਨੈਸ, ਬਿਲਕੁਲ ਖਾਲੀ, ਕੁਝ ਹੈ ਹੀ ਨਹੀਂ। ਉਸ ਵਿੱਚ ਜ਼ਰਾ ਵੀ ਅੜਚਨ ਨਹੀਂ, ਤੇ ਜੇ ਜ਼ਰਾ ਵੀ ਅੜਚਨ ਹੋਵੇ ਤਾਂ ਵੀ ਦੂਜੀ ਧਿਰ ਪੂਰੀ ਦਿਖਾਈ ਨਹੀਂ ਦੇਗੀ। ਜਿੰਨਾ ਕੀਮਤੀ ਸ਼ੀਸ਼ਾ ਓਨਾ ਖਾਲੀ, ਜਿੰਨਾ ਸਸਤਾ ਸ਼ੀਸ਼ਾ ਓਨਾ ਥੋੜ੍ਹਾ ਭਰਿਆ ਹੋਇਆ। ਬਿਲਕੁਲ ਪੂਰਾ ਸ਼ੀਸ਼ਾ ਹੋਵੇ ਤਾਂ ਇਹਦਾ ਮਤਲਬ ਇਹ ਕਿ ਉੱਥੇ ਕੁਝ ਵੀ ਨਹੀਂ ਹੈ, ਸਿਰਫ ਕਪੈਸਿਟੀ ਦਾ ਰਿਫਲੈਕਟ, ਕੁਝ ਵੀ ਨਹੀਂ ਹੈ, ਸਿਰਫ ਸਮਰੱਥਾ ਤੇ ਅਕਸ ਦੀ ਜੋ ਵੀ ਚੀਜ਼ ਸਾਹਮਣੇ ਆਏ ਉਹ ਦਿਖ ਜਾਏ। ਕੀ ਮਨੁੱਖ ਦਾ ਮਨ ਅਜਿਹਾ ਸ਼ੀਸ਼ਾ ਬਣ ਸਕਦਾ? ਬਣ ਸਕਦਾ, ਤੇ ਅਜਿਹਾ ਸ਼ੀਸ਼ਾ ਬਣੇ। ਮਨ ਦਾ ਨਾਮ ਹੀ ਧਿਆਨ ਹੈ, ਮੈਡੀਟੇਸ਼ਨ ਹੈ, ਤੇ ਇੰਜ ਦਾ ਜੋ ਸ਼ੀਸ਼ੇ ਵਰਗਾ ਬਣ ਗਿਆ ਮਨ ਹੈ, ਉਹਦਾ ਨਾਮ ਧਿਆਨ ਹੈ। ਅਜਿਹੇ ਮਨ ਦਾ ਨਾਮ ਧਿਆਨ ਹੈ। ਧਿਆਨ ਦਾ ਮਤਲਬ ਇਹ ਨਹੀਂ ਕਿ ਰਾਮ 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 ਕਹੋ ਤੇ ਕਹਿੰਦੇ ਰਹੋ। ਧਿਆਨ ਦਾ ਕੋਈ ਸੰਬੰਧ ਨਹੀਂ ਹੈ। ਇਹ ਸਾਫ਼ ਲਹਿਰ ਚੱਲ ਰਹੀ ਹੈ, ਰਾਮ ਰਾਮ ਦੇ ਨਾਮ ਦੀ ਗੱਲ ਚੱਲ ਰਹੀ ਹੈ। ਇਸ ਨਾਲ ਕੀ ਫਰਕ ਪੈਂਦਾ ਹੈ ਕਿ ਓਮ ਕਹਿਣ ਨਾਲ ਓਮ ਕਰ ਰਹੇ, ਉਹ ਵੀ ਲਹਿਰ ਚੱਲ ਰਹੀ ਹੈ, ਓਮ ਹੀ ਦੀ ਚੱਲ ਰਹੀ ਹੈ। ਇਸ ਨਾਲ ਕੀ ਫਰਕ ਪੈਂਦਾ ਹੈ? ਕੋਈ ਲਹਿਰ ਨਾ ਰਹਿ ਜਾਏ ਸ਼ਬਦ ਦੀ, ਕੋਈ ਵਿਚਾਰ ਨਾ ਰਹਿ ਜਾਏ, ਕੁਝ ਵੀ ਨਾ ਰਹਿ ਜਾਏ, ਬਸ ਖਾਲੀਪਨ ਰਹਿ ਜਾਏ, ਤਾਂ ਉਸ ਖਾਲੀਪਨ 'ਚ ਅਸੀਂ ਉਹਨੂੰ ਜਾਣ ਜਾਵਾਂਗੇ ਜੋ ਚਾਰੇ ਪਾਸੇ ਮੌਜੂਦ ਹੈ। ਭਗਵਾਨ ਨੂੰ ਖੋਜਣ ਲਈ ਕੋਈ ਹਿਮਾਲਾ ਉੱਤੇ, ਕੋਈ ਐਵਰੈਸਟ ਉੱਤੇ ਥੋੜ੍ਹਾ ਹੀ ਜਾਣਾ ਹੈ, ਨਾ ਕਿਸੇ ਚੰਨ ਤਾਰੇ ਉੱਤੇ ਜਾਣਾ ਹੈ। ਉਹ ਹੈ ਇੱਥੇ ਸਭ ਥਾਈਂ ਸੱਚ ਤਾਂ ਇਹ ਹੈ ਕਿ ਉਹ ਹੈ, ਉਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਇਸ ਲਈ ਜੋ ਪੁੱਛਦਾ ਹੈ ਕਿੱਥੇ ਖੋਜਣ ਜਾਵਾਂ, ਉਹ ਪਾਗਲ ਹੈ। ਕੋਈ ਜੋ ਇਹ ਪੁੱਛੇ ਕਿ ਕੋਈ ਅਜਿਹੀ ਥਾਂ ਦੱਸੋ ਜਿੱਥੇ ਭਗਵਾਨ ਨਾ ਹੋਵੇ, ਤਾਂ ਸਮਝ ਆ ਸਕਦਾ ਹੈ ਕਿ ਉਹ ਆਦਮੀ ਕੁਝ ਖੋਜਣ ਨਿਕਲਿਆ। ਲੇਕਿਨ ਕੋਈ ਕਹਿੰਦਾ ਹੈ ਕਿ ਮੈਨੂੰ ਉਹ ਥਾਂ ਦੱਸੋ ਜਿੱਥੇ ਭਗਵਾਨ ਹੈ, ਤਾਂ ਸਮਝਣਾ ਉਸ ਆਦਮੀ ਪਾਗਲ ਹੋ ਜਾਣਾ, ਕਿਉਂਕਿ ਅਜਿਹੀ ਕੋਈ ਥਾਂ ਨਹੀਂ ਜਿੱਥੇ ਉਹ ਨਹੀਂ ਹੈ। ਅਸਲ ਵਿੱਚ ਹੋਣਾ ਮਾਤਰ ਉਹੀ ਹੈ, ਜੋ ਵੀ ਹੈ ਉਹੀ ਹੈ, ਉਸ ਦੇ ਇਲਾਵਾ ਹੋਰ ਕੁਝ ਵੀ ਨਹੀਂ ਹੈ। ਈਸ਼ਵਰ ਦਾ ਮਤਲਬ ਹੈ ਹੋਂਦ,
ਐਗਜ਼ਿਸਟੈਂਸ ਜੋ ਹੈ। ਫਿਰ ਕਮੀ ਕੀ ਹੈ? ਅਸੀਂ ਲੱਭ ਕਿਉਂ ਨਹੀਂ ਲੈਂਦੇ ਉਸ ਨੂੰ? ਕਮੀ ਸਿਰਫ ਇੰਨੀ ਹੈ ਕਿ ਉਹ ਸ਼ੀਸ਼ਾ ਨਹੀਂ ਹੈ ਜਿਸ 'ਚ ਉਹਦੀ ਝਲਕ ਦਿਸ ਜਾਏ। ਅਸੀਂ ਅੰਦਰੋਂ ਭਰੇ ਹਾਂ ਤੇ ਉਹ ਝਲਕਦਾ ਨਹੀਂ। ਅਸੀਂ ਅੰਦਰ ਤਰੰਗਾਂ ਨਾਲ ਭਰੇ ਹਾਂ ਤੇ ਉਹ ਝਲਕਦੀਆਂ ਨਹੀਂ। ਇਸ ਲਈ ਕਿਤੇ ਖੋਜਣ ਨਾ ਜਾਓ, ਸਿਰਫ ਚੁੱਪ ਬੈਠੇ, ਮੌਨ ਬੈਠੇ ਤੇ ਹੌਲੀ ਹੌਲੀ ਇਸ ਦਿਸ਼ਾ ਵਿੱਚ ਥੋੜਾ ਪ੍ਰਯੋਗ ਕਰੋ ਕਿ ਕਿਵੇਂ ਮਨ ਦੇ ਵਿੱਚ ਵਿਚਾਰ ਮੁੱਕਦੇ ਜਾਣ ਤੇ ਇੱਕ ਦਿਨ ਆ ਜਾਏ ਜਿਸ ਦਿਨ ਮਨ 'ਚ ਕੋਈ ਵਿਚਾਰ ਨਾ ਹੋਵੇ। ਅਸੀਂ ਹੋਈਏ, ਉਹ ਹੋਵੇ, ਹੋਰ ਵਿਚਕਾਰ ਕੋਈ ਨਾ ਹੋਵੇ। ਬਸ ਇਸ ਪਲ ਮੇਲ ਹੋ ਜਾਂਦਾ ਹੈ। ਤੇ ਇਹ ਵੀ ਔਖਾ ਨਹੀਂ ਹੈ ਬਹੁਤਾ। ਔਖਾ ਹੈ ਤਾਂ ਬਹੁਤਾ ਔਖਾ ਨਹੀਂ ਹੈ। ਔਖਾ ਤਾਂ ਹੈ ਹੀ, ਲੇਕਿਨ ਬਹੁਤਾ ਸੌਖਾ ਨਹੀਂ ਹੈ, ਅਸੰਭਵ ਨਹੀਂ ਹੈ। ਕਿਵੇਂ ਇਹ ਸੰਭਵ ਹੋਏਗਾ? ਇਹ ਛੋਟਾ ਜਿਹਾ ਸੂਤਰ, ਤੇ ਆਪਣੀ ਗੱਲ ਮੈਂ ਪੂਰੀ ਕਰਾਂਗਾ। ਇੱਕ ਛੋਟੇ ਜਿਹੇ ਸੂਤਰ ਨੂੰ ਧਿਆਨ 'ਚ ਰੱਖ ਲਓ, ਇਹ ਸੰਭਵ ਹੋ ਜਾਏਗਾ। ਅੱਧਾ ਘੰਟਾ ਚੁੱਪਚਾਪ ਬੈਠ ਜਾਓ, ਰੋਜ਼ 24 ਘੰਟਿਆਂ ਵਿੱਚ ਹੋਰ ਕੁਝ ਵੀ ਨਾ ਪਤਾ ਕਰੋ, ਬਸ ਮਨ ਨੂੰ ਵੇਖਦੇ ਰਹੋ, ਸਿਰਫ ਦੇਖਦੇ ਰਹੋ। ਜਸਟ ਅਬਜ਼ਰਵੇਸ਼ਨ, ਸਿਰਫ ਦੇਖਦੇ ਰਹੋ। ਇਹ ਦੋ ਹੋ ਰਿਹਾ, ਇਹ ਹੋ ਰਿਹਾ, ਇਹ ਹੋ ਰਿਹਾ। ਮਨ 'ਚ ਵਿਚਾਰ ਆਇਆ, ਉਹ ਵਿਚਾਰ ਆਇਆ, ਆਇਆ ਗਿਆ, ਭੀੜ ਲੱਗੀ ਹੈ, ਰਸਤਾ ਚੱਲ ਰਿਹਾ। ਬਸ ਚੁੱਪਚਾਪ ਦੇਖਦੇ ਰਹੋ। ਕੁਝ ਵੀ ਨਾ ਕਰੋ, ਮਾਲਾ ਵੀ ਨਾ ਫੇਰੋ, ਰਾਮ ਰਾਮ ਵੀ ਨਾ ਜਪੋ, ਮੰਤਰ ਵੀ ਤਾਂ ਦੁਹਰਾਓ, ਕੁਝ ਵੀ ਨਾ ਕਰੋ। ਬਸ ਇਸ ਮਨ ਨੂੰ ਦੇਖਦੇ ਰਹੋ ਕਿ ਵਿਚਾਰ ਚੱਲ ਰਹੇ ਹਨ, ਇਹ ਜਾ ਰਹੇ ਹਨ, ਇਹ ਆ ਰਹੇ ਹਨ। ਰੋਕੋ ਵੀ ਨਾ ਕਿਸੇ ਵਿਚਾਰ ਨੂੰ, ਝਗੜੋ ਵੀ ਨਾ, ਦਬਾਓ ਵੀ ਨਾ ਕਿਸੇ ਵਿਚਾਰ ਨੂੰ, ਕੱਢੋ ਵੀ ਨਾ, ਕਿਉਂਕਿ ਕਿਸੇ ਵਿਚਾਰ ਨੂੰ ਕੱਢਣ ਗਏ ਕਿ ਫਿਰ ਕਦੀ ਨਾ ਕੱਢ ਸਕਾਂਗੇ, ਅਸੰਭਵ ਹੈ। ਇਹ ਗੱਲ ਦਬਾਇਆ ਕਿਸੇ ਨੂੰ ਤਾਂ ਫਿਰ ਉਸ ਤੋਂ ਕੋਈ ਛੁਟਕਾਰਾ ਨਹੀਂ ਹੋਏਗਾ, ਉਹ ਸੀਨੇ ਵਿੱਚ ਖੜਾ ਹੀ ਰਹੇਗਾ। ਲੜੋ ਕਿਸੇ ਨਾਲ ਕਿ ਹਾਰੇ, ਲੜਨਾ ਹੀ ਨਾ ਵਿਚਾਰ ਨਾਲ। ਜੇ ਵਿਚਾਰ ਨਾਲ ਲੜੇਗਾ ਉਹ ਹਾਰੇਗਾ। ਇਸ ਲਈ ਨਹੀਂ ਕਿ ਵਿਚਾਰ ਬਹੁਤ ਮਜ਼ਬੂਤ ਹੈ, ਅਸੀਂ ਬਹੁਤ ਕਮਜ਼ੋਰ ਹਾਂ। ਇਸ ਲਈ ਕਿ ਵਿਚਾਰ ਹੈ ਹੀ ਨਹੀਂ, ਪਰਛਾਵਾਂ ਹੈ, ਤੇ ਪਰਛਾਵੇਂ ਨਾਲ ਲੜਨ ਵਾਲਾ ਕਦੀ ਨਹੀਂ ਜਿੱਤ ਸਕਦਾ। ਤੁਸੀਂ ਵੱਡੇ ਤੋਂ ਵੱਡੇ ਦੈਂਤ ਤੋਂ ਵੀ ਜਿੱਤ ਸਕਦੇ ਹੋ, ਲੇਕਿਨ ਕਿਸੇ ਪਰਛਾਵੇਂ ਨਾਲ ਲੜੇ ਫਿਰ ਜਿੱਤ ਨਾ ਸਕੋਗੇ। ਇਹਦਾ ਇਹ ਮਤਲਬ ਨਹੀਂ ਕਿ ਪਰਛਾਵਾਂ ਬਹੁਤ ਮਜ਼ਬੂਤ ਹੈ, ਇਹਦਾ ਕੁੱਲ ਮਤਲਬ ਹੈ ਕਿ ਪਰਛਾਵਾਂ ਅਸਲ 'ਚ ਹੈ ਹੀ ਨਹੀਂ। ਉਸ ਨਾਲ ਲੜੇ ਕਿ ਬੇਵਕੂਫ ਬਣੇ, ਆਪਣੇ ਹੱਥੋਂ ਮੂਰਖ ਬਣੇ ਤੇ ਗਏ ਤੇ ਮਿਟ ਗਏ। ਲੜਨਾ ਨਾ, ਜੂਝਣਾ ਨਾ, ਨਿਰਣਾ ਨਾ ਕਰਨਾ, ਰੋਕਣਾ ਨਾ, ਚੁੱਪਚਾਪ ਬੈਠ ਕੇ ਦੇਖਦੇ ਰਹਿਣਾ ਮਨ ਨੂੰ। ਤੇ ਜੋ ਥੋੜੀ ਹਿੰਮਤ ਰੱਖੀ ਹੈ ਤੇ ਭੈ ਭੀਤ ਨਾ ਹੋਏ ਤਾਂ ਭੱਜੋ ਨਾ ਤੇ ਦੇਖਦੇ ਰਹੋ, ਕਿਉਂਕਿ ਭੈ ਲੱਗੇਗਾ। ਕਿਉਂਕਿ ਜਦੋਂ ਮਨ ਨੂੰ ਦੇਖਣ ਬੈਠੋਗੇ ਤਾਂ ਪਤਾ ਲੱਗੇਗਾ ਕਿ ਮੈਂ ਪਾਗਲ ਹਾਂ। ਜੇ 10 ਮਿੰਟ ਇਕਾਂਤ 'ਚ ਬੈਠ ਕੇ ਮਨ ਵਿੱਚ ਜੋ ਚੱਲਦਾ ਹੋਵੇ ਉਹਨੂੰ ਲਿਖਦੇ ਹੋ ਇਮਾਨਦਾਰੀ ਨਾਲ, ਤਾਂ ਪਤੀ ਆਪਣੀ ਪਤਨੀ ਨੂੰ ਦੱਸ ਨਹੀਂ ਸਕੇਗਾ, ਪਤਨੀ ਆਪਣੇ ਪਤੀ ਨੂੰ ਦੱਸ ਨਹੀਂ ਸਕੇਗੀ, ਦੋਸਤ ਆਪਣੇ ਦੋਸਤ ਨੂੰ ਦੱਸ ਨਹੀਂ ਸਕੇਗਾ ਕਿ ਇਹ ਮੇਰੇ ਦਿਮਾਗ 'ਚ ਚੱਲਦਾ ਹੈ। ਜੇ ਦੱਸਿਆ ਤਾਂ ਘਰ ਦੇ ਸਾਰੇ ਜੀਅ ਭੁਚੱਕੇ ਹੋ ਕੇ ਦੇਖਣਗੇ ਕਿ ਸ਼ਾਇਦ ਇਹਨੂੰ ਹਸਪਤਾਲ ਲੈ ਚੱਲੋ। ਇਹ ਗੱਲਾਂ ਤੁਹਾਡੇ ਦਿਮਾਗ 'ਚ ਚੱਲਦੀਆਂ ਹਨ। ਹਾਲਾਂਕਿ ਜੋ ਕਹੇਗਾ ਕਿ ਤੁਸੀਂ ਪਾਗਲ ਲੱਗਦੇ ਹੋ, ਉਹ ਵੀ 10 ਮਿੰਟ ਬੈਠੇਗਾ ਤਾਂ ਉਹਨੂੰ ਇਹ ਪਤਾ ਲੱਗੇਗਾ। ਤੇ ਜਿਸ ਡਾਕਟਰ ਕੋਲ ਉਹ ਲਿਜਾ ਰਹੇ ਨੇ ਉਹ ਵੀ 10 ਮਿੰਟ ਬੈਠੇਗਾ ਤਾਂ ਇਹ ਉਹਨੂੰ ਪਤਾ ਨਹੀਂ ਸੀ। ਭੈ ਭੀਤ ਨਾ ਹੋਏ ਜੇ ਭੱਜੇ ਨਾ, ਡਰੇ ਨਾ, ਚੁੱਪਚਾਪ ਦੇਖਦੇ ਰਹੇ। ਮਨ ਬਿਲਕੁਲ ਪਾਗਲ ਜਿਹਾ ਲੱਗੇਗਾ। ਪਾਗਲ ਵਿੱਚ ਤੇ ਸਾਡੇ ਵਿੱਚ ਕੋਈ ਬੁਨਿਆਦੀ ਫਰਕ ਨਹੀਂ ਹੈ, ਸਿਰਫ ਡਿਗਰੀ ਦਾ ਫਰਕ ਹੁੰਦਾ ਹੈ। ਕੋਈ 98 ਡਿਗਰੀ ਦਾ ਪਾਗਲ ਹੋ ਜਾਂਦਾ, ਕੋਈ 100 ਡਿਗਰੀ ਦਾ, ਤੇ ਕੋਈ 100 ਤੇ 2 ਦੀ ਭਾਫ ਉੱਤੇ ਨਿਕਲ ਗਿਆ, ਅੱਗੇ ਚਲਾ ਗਿਆ। ਇਸ ਲਈ ਤਾਂ ਦੇਰ ਨਹੀਂ ਲੱਗਦੀ। ਇੱਕ ਆਦਮੀ ਦਾ ਦਿਵਾਲਾ ਨਿਕਲਿਆ, ਤਦ ਤੱਕ ਉਹ ਠੀਕ ਸੀ, ਕੱਲ ਤੱਕ। ਹੁਣੇ ਦਿਵਾਲਾ ਨਿਕਲਿਆ, ਉਹ ਪਾਗਲ ਹੋ ਗਿਆ। ਇੱਕ ਆਦਮੀ ਠੀਕ ਸੀ, ਉਹਦੀ ਪਤਨੀ ਮਰ ਗਈ, ਉਹ ਪਾਗਲ ਹੋ ਗਿਆ। ਇੱਕ ਆਦਮੀ ਠੀਕ ਸੀ, ਕੁਝ ਗੜਬੜ ਹੋਈ, ਪਾਗਲ ਹੋ ਗਿਆ। ਡਿਗਰੀ ਦਾ ਫਰਕ ਹੈ। ਇੱਕ ਵਿਚਾਰੀ ਇੱਧਰ ਸੀ, ਜ਼ਰਾ ਜਿੰਨਾ
ਤਾਅ ਵੱਧ ਗਿਆ, ਉਹ ਤਰਫ ਹੋ ਗਿਆ। ਪਾਗਲਖਾਨਿਆਂ 'ਚ ਜੋ ਹਨ ਤੇ ਪਾਗਲਖਾਨਿਆਂ ਦੇ ਜੋ ਬਾਹਰ ਹਨ, ਉਹਨਾਂ ਵਿਚਕਾਰ ਕੰਧ ਦਾ ਹੀ ਫਾਸਲਾ ਹੈ। ਜ਼ਿਆਦਾ ਫਾਸਲਾ ਨਹੀਂ ਹੈ ਤੇ ਕੋਈ ਵੀ ਆਦਮੀ ਫੌਰਨ ਕੰਧ ਦੇ ਅੰਦਰ ਦਾਖਲ ਹੋ ਸਕਦਾ ਹੈ। ਅਸੀਂ ਸਾਰੇ ਉੱਚ ਤਾਅ ਦੇ ਨੇੜੇ ਹੀ ਰਹਿੰਦੇ ਹਾਂ। ਲੈਨਿਨ, ਸੈਫਲ, ਸੰਭਲ ਚੱਲਦੇ ਹਾਂ, ਲੇਕਿਨ ਸੰਭਲ ਕੇ ਚੱਲਦੇ ਹਾਂ। ਹਾਂ, ਜਦੋਂ ਬੈਠ ਕੇ ਦੇਖੋਗੇ ਤਾਂ ਲੱਗੇਗਾ ਇੱਕਦਮ ਮੈਡਨੈਸ, ਪਾਗਲਪਨ। ਪਰ ਹਿੰਮਤ ਰੱਖਣਾ ਤੇ ਦੇਖਦੇ ਚਲੇ ਜਾਣਾ, ਡਰਨਾ ਨਾ, ਭੱਜਣਾ ਨਾ, ਤਾਂ ਹੌਲੀ ਹੌਲੀ ਪਾਗਲਪਨ ਮੁੱਕ ਜਾਂਦਾ ਹੈ। ਸਿਰਫ ਦੇਖਣ ਨਾਲ, ਕੁਝ ਵੀ ਨਾ ਕਰਨ ਨਾਲ ਹੌਲੀ ਹੌਲੀ ਅੰਦਰ ਇੱਕ ਨਵੀਂ ਚੇਤਨਾ ਜਾਗਣ ਲੱਗਦੀ ਹੈ। ਦੇਖਣ ਵਾਲੇ ਦੀ, ਵਿਵੇਕੀ ਦੀ, ਸਾਕਸ਼ੀ ਦੀ ਤੇ ਵਿਚਾਰ ਗੁੰਮਣ ਲੱਗਦੇ ਹਨ। ਇੱਕ ਦਿਨ ਆ ਜਾਂਦਾ ਹੈ, ਯਕੀਨਨ ਆ ਜਾਂਦਾ ਹੈ, ਜਦੋਂ ਵਿਚਾਰ ਹੌਲੀ ਹੌਲੀ ਖਤਮ ਹੋ ਜਾਂਦੇ ਹਨ। ਸਿਰਫ ਅਸੀਂ ਰਹਿ ਜਾਂਦੇ ਹਾਂ ਤੇ ਕੋਈ ਵਿਚਾਰ ਨਹੀਂ ਰਹਿੰਦਾ, ਸਿਰਫ ਚੇਤਨਾ ਰਹਿ ਜਾਂਦੀ ਹੈ। ਇੱਕ ਫਲੇਮ ਦੀ ਤਰ੍ਹਾਂ, ਇੱਕ ਜੋਤ ਦੀ ਤਰ੍ਹਾਂ, ਜ਼ਰਾ ਵੀ ਕੰਬਦੀ ਨਹੀਂ, ਜ਼ਰਾ ਵੀ ਹਿੱਲਦੀ ਨਹੀਂ, ਬਸ ਉਸੇ ਅਕੰਬ, ਅਡੋਲ, ਅਚਲ ਚੇਤਨ 'ਚੋਂ ਸ਼ੀਸ਼ਾ ਬਣ ਜਾਂਦਾ ਹੈ, ਜਿਸ 'ਚ ਪ੍ਰਭੂ ਦੇ ਦਰਸ਼ਨ ਹੁੰਦੇ ਹਨ। ਪਰਮਾਤਮਾ ਕਰੇ ਇਸ ਦਿਸ਼ਾ 'ਚ ਖਿਆਲ ਆ ਜਾਏ। ਮੇਰੀਆਂ ਗੱਲਾਂ ਨੂੰ ਇੰਨੇ ਪ੍ਰੇਮ ਤੇ ਸ਼ਾਂਤੀ ਨਾਲ ਸੁਣਿਆ, ਉਹਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਆਖਰ 'ਚ ਸਭ ਦੇ ਅੰਦਰ ਬੈਠੇ ਪਰਮਾਤਮਾ ਨੂੰ ਪ੍ਰਣਾਮ ਕਰਦਾ। ਮੇਰਾ ਪ੍ਰਣਾਮ ਸਵੀਕਾਰ ਕਰੋ। ਧੰਨਵਾਦ।